बिस्मिल्लाहिर्रहमानिर्रहीम अस्सलाम वालेकुम दोस्तों, मैं तुहाडा होस्ट गुलाम मुस्तफा सिंधु ते तुसीं देख रहे हो मेरा यूट्यूब चैनल सिंधु पीके। नाज़रीन, अज 14 अगस्त 2022 का दिन है और साडे मुल्क की आज़ादी का दिन है। तो अज मेरे नाल जिहड़े बजुर्ग मौजूद ने, इन्हां दी बहुत ही दुखी स्टोरी है जिहड़ी असीं लैके तुहाडे वास्ते हाज़र होए हैं। तो मैं उम्मीद करदा कि तुहानूं पसंद आएगी। तो ये नाल ही मेरी ये गुजारिश है कि अगर तुसीं मेरे चैनल ते नए हो तो मेरे चैनल नूं सबसक्राइब करो, बैल आइकन को क्लिक करो ताकि मेरी हर एक आने वाली नई वीडियो जी है उसका नोटिफिकेशन तुहाडे तक बर वक्त पहुँचता रहे। नाज़रीन, बजुर्ग मेरे नाल मौजूद ने जिहड़ा कि साडा सरमाया ने। अज तो कुछ अरसा बाद हो सकदा इन्हां नाल दोबारा मुलाकात ना हो सके। तो तुसीं अच्छे कमेंट करने ने ते बाबे दी एंड तक वीडियो लाजमी देखनी है। तो हुण करने अपने वीडियो का आगाज़। अस्सलाम वालेकुम। वालेकुम सलाम। बाबा जी, सब तो पहले अपना नाम दसो। सदरदीन। सदरदीन। हाँ जी। अच्छा, केड़ी कौम नाल तल्लक है? रहमानी। रहमानी। हाँ। अच्छा, पहले तुसी कित्थे रहंदे सी? पहले रहंदे सी रियासत पटियाले जून सोले। रियासत पटियाले। अच्छा, तुहाडी इस वक्त उम्र कितनी है? उम्र मेरी 90 साल की है, एक साल उत्ते लग गया हुण। 91 साल। हाँ जी। वालिद साहब दा की नाम है? माड़ू। माड़ू। हाँ जी। अच्छा, पिछे जिहड़ा पिंड है तुहाडा हिंदुस्तान दे अंदर, हाँ। किहड़ा पिंड सी? जून सोला। जोन्स वाला। हाँ। अच्छा, उस पिंड दे नाल किहड़े पिंड सी होर? वो पिंड दे नाल एक पहाड़ा सीगा, एक माही लंगर सी, एक बख्तू सी ते एक भागी बांदर सीगा, ਚੱਠੇ ਵਾਲਾ ਸੀਗਾ। ਉਹਨਾਂ ਦੇ ਵਿਚਾਲੇ ਸਾਡਾ ਪਿੰਡ ਸੀਗਾ। अच्छा, ਤੁਹਾਡਾ ਜਿਹੜਾ ਪਿੰਡ ਦੱਸਦੇ ਪਏ ਹੋ ਤੁਸੀਂ? ਹਾਂ, ਦੂਸਰੇ ਲਿਬੇ ਜਿਹੜੇ ਪਿੰਡ ਗਏ ਨਾ, ਉਹ ਲਿਬੇ ਸੀਗੇ, ਸਾਡਾ ਪਿੰਡ ਵਿਚਾਲੇ ਸੀਗਾ। ਇਹ ਸਾਰੇ ਪਿੰਡਾਂ ਦੇ ਸੈਂਟਰ ਤੁਹਾਡਾ ਪਿੰਡ ਸੀ? ਹਾਂ। ਅੱਛਾ, ਉਸ ਪਿੰਡ ਦੇ ਵਿੱਚ ਜ਼ਿਆਦਾਤਰ ਕਿਹੜੀਆਂ ਕੌਮਾਂ ਰਹਿੰਦੀਆਂ ਸੀ? ਕੌਮਾਂ ਸਿੱਖ ਵਾਲੇ ਸੀਗੇ, ਚੂੜੇ ਥੋੜੇ ਸੀ, ਸਿੱਖ ਬਹੁਤੇ ਸੀਗੇ। ਅੱਛਾ। ਸਾਡੇ 25 ਘਰ ਮੁਸਲਮਾਨਾਂ ਸੀ ਉਸ ਪਿੰਡ ਦੇ ਵਿੱਚ। ਅੱਛਾ। ਸਾਰੇ। ਅੱਛਾ, ਉਸ ਪਿੰਡ ਦੇ ਵਿੱਚ ਜਿਹੜੇ ਤੁਹਾਡੇ ਦੋਸਤ ਵੀ ਹੋਣਗੇ, ਸਾਫ ਜ਼ਾਹਿਰ ਹੈ ਤੁਸੀਂ ਉੱਥੇ ਦੱਸ ਰਹੇ ਹੋ ਜਿਸ ਤਰ੍ਹਾਂ ਉਮਰ ਤੁਹਾਡੀ 15 ਸਾਲ ਕਮ ਸੇ ਕਮ ਉੱਥੇ ਉਮਰ ਸੀ ਉਸ ਵਕਤ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦਾ ਬਟਵਾਰਾ ਹੋਇਆ। ਤੇ ਉੱਥੇ ਤੁਹਾਡੇ ਕੋਈ ਦੋਸਤ ਵੀ ਹੋਣਗੇ, ਸਾਫ ਜ਼ਾਹਿਰ ਹੈ। ਔਰ ਦੋਸਤ ਹੋਣਗੇ। ਹੁਣ ਮੈਂ ਭੁੱਲ ਭੱਲ ਗਿਆ, ਕਿਸੇ ਦਾ ਬਿੱਲਾ ਬਾਂਝਾ ਨਾ ਜਾਣਦਾ, ਭੁੱਲ ਭੱਲ ਗਿਆ ਸਾਰਾ। ਕਿੰਨਾ ਚਿਰ ਹੋ ਗਿਆ, 15 ਸਾਲਾਂ ਦਾ ਸੀ। ਕੋਈ ਉਹਨਾਂ ਦੋਸਤਾਂ ਦੇ ਜਿਨ੍ਹਾਂ ਦੇ ਨਾਂ ਯਾਦ ਨੇ ਉਹ ਦੱਸ ਦਿਓ। ਇੱਕ ਸੰਤੋਖ ਸੀਗਾ, ਇੱਕ ਭਾਨ ਸੀਗਾ, ਤੇ ਇੱਕ ਜੱਗਰ ਸੀਗਾ, ਇੱਕ ਦਲੀਪ ਸੀਗਾ। ਇਹ ਤੁਹਾਡੇ ਪਿੰਡ 'ਚ ਰਹਿੰਦੇ ਸੀ ਜਾਂ ਨਾਲ? ਸਾਡੇ ਪਿੰਡ 'ਚ ਰਹਿੰਦੇ ਸੀਗੇ। ਤੇ ਇੱਕ ਦਾ ਨਾਂ ਅਰਜਨ ਸੀਗਾ। ਇਹ ਜਿਹੜੇ ਜਹਾਜ਼ ਦਾ ਤੇ ਇੱਕ ਹੋਰ ਪਤਾ ਨਹੀਂ ਕੀ ਦਲੀਪ ਸੀਗਾ। ਇਹ ਸੀਗੇ। ਅੱਛਾ। ਉਹ ਤਾਂ ਭੁੱਲ ਗਿਆ ਹੁਣ, ਸਾਰਿਆਂ ਦੇ ਨਾਂ ਜਾਣਦੇ, ਭੁੱਲ ਗਿਆ ਮੈਂ ਹੁਣ, ਕਿੰਨਾ ਚਿਰ ਹੋ ਗਿਆ। ਅੱਛਾ, ਜਿਹੜੇ ਪਿੰਡ 'ਚ ਤੁਸੀਂ ਰਹਿੰਦੇ ਸੀ ਉਸ ਵਕਤ ਦਾ ਨੰਬਰਦਾਰ ਕਿਹੜਾ ਸੀ? ਨੰਬਰਦਾਰ ਦਾ ਮੈਨੂੰ ਪਤਾ ਕਿਹੜਾ ਸੀਗਾ। ਤੁਹਾਡੇ ਨੰਬਰਦਾਰ ਇਲਾਕੇ ਦਾ ਜਿਹੜਾ ਸੀ ਪਿੰਡ ਦਾ? ਸਾਡੇ ਪਿੰਡ 'ਚ ਇੱਕ ਬਹੁਤ ਸਰਦਾਰ ਕਹਿੰਦੇ ਸੀਗੇ। ਅੱਛਾ। ਤੇ ਉਹ ਹੁੰਦਾ ਸੀਗਾ, ਉਹ ਮਾਮਲਾ ਲੈਂਦਾ ਸੀ ਸਾਰਾ ਤੋਂ। ਉਹਦਾ ਨਾਂ ਕੀ ਸੀ ਉਸ ਸਰਦਾਰ? ਉਸਦਾ ਭੁੱਲ ਗਿਆ ਹੁਣ, ਨਾਂ ਨਹੀਂ ਮੇਰੇ ਯਾਦ ਆ ਉਸਦਾ। ਅੱਛਾ, ਤੁਹਾਡਾ ਜਿਹੜਾ ਪਿੰਡ ਤੁਸੀਂ ਦੱਸਿਆ ਹਾਂ, ਉਹਦੀ ਕੋਈ ਬਾਇਓਡਾਟਾ, ਯਾਨੀ ਕਿ ਉਹਦੀ ਸਾਈਡਾਂ ਤੇ ਕਿਹੜੀ ਸਾਈਡ ਤੇ ਕੋਈ ਸੜਕ ਸੀ ਜਾਂ ਕੋਈ ਰਜਵਾਇਆ ਸੀ ਜਾਂ ਕੋਈ ਦਰਿਆ ਸੀ? ਨਾ ਰਜਵਾਇਆ ਸੀ, ਨਾ ਦਰਿਆ ਸੀ, ਕੁਛ ਨਹੀਂ ਸੀ ਪਹਿਲਾਂ। ਹੁਣ ਇਹ ਦੱਸ ਦਿਓ ਵੀ ਜਿਹੜਾ ਤੁਹਾਡਾ ਪਿੰਡ ਸੀਗਾ ਉਹਦੀ ਕੋਈ ਖਾਸ ਜਗ੍ਹਾ ਮਸ਼ਹੂਰ ਹੋਵੇ ਜਿੱਥੇ ਤੁਸੀਂ ਬੈਠਦੇ ਹੋਵੋ, ਦੋਸਤਾਂ ਨਾਲ ਗੱਪਸ਼ਪ ਕਰਦੇ ਹੋਵੋ? ਅਸੀਂ ਇਹ ਬਾਲ ਚਾਲ ਜਾਂਦੇ ਸੀ ਬਾਹਰ। ਸਿੱਖਾਂ ਦਾ ਪਿੰਡ ਸੀਗਾ ਤੇ ਸਾਡਾ ਬਾਲ ਸਭ ਸਾਨੂੰ ਬਾਹਰ ਨਹੀਂ ਸੀ ਨਿਕਲ ਦਿੰਦਾ। ਕਹਿੰਦੇ ਪੁਲਿਸ ਸਿੱਖਾਂ ਦਾ ਪਿੰਡ ਹੈ, ਕਿਸੇ ਨਾਲ ਲੜ ਪਏ ਮੈਂ ਮੈਥੋਂ ਲੜਿਆ ਨਹੀਂ ਜਾਣਾ ਹੈ। ਸਿੱਖ ਇੱਕ ਹੋ ਜਾਂਦੇ ਆ ਕਿ ਸਾਨੂੰ ਕੱਲਿਆਂ ਨੂੰ ਮਾਰਨਗੇ, ਤੁਸੀਂ ਘਰੇ ਬਹਿ ਜਾਣਾ। ਮੈਂ ਸਾਨੂੰ ਖੇਡਣ ਨਹੀਂ ਸੀ ਜਾਣ ਦਿੰਦਾ, ਮਾਰ ਚਾਰ ਕੇ ਉਹਨਾਂ ਰੋਟੀ ਖਾ ਕੇ ਤੇ ਘਰੇ ਪੈ ਜਾਣਾ। ਅਤੇ ਜੇ ਕਿਸੇ ਬਾਹਰ ਹੁੰਦਾ ਫਿਰ ਅਸੀਂ ਚੋਰੀ ਛਪੋਰੀ ਖੇਡਣ ਵਗ ਜਾਂਦੇ। ਅੱਛਾ, ਤੁਹਾਡੇ ਪਿੰਡ ਦੇ ਵਿੱਚ ਕੋਈ ਸਕੂਲ ਵੀ ਹੈ ਸੀ? ਸਕੂਲ ਹੈ ਨਹੀਂ ਸੀ, ਨਾ ਮਸੀਤ ਸੀ ਨਾ ਸਕੂਲ ਸੀ ਸਾਡੇ ਪਿੰਡ ਦੇ ਵਿੱਚ। ਅੱਛਾ। ਹਾਂ, ਸਿੱਖਾਂ ਦਾ ਡੇਰਾ ਸੀਗਾ। ਉਹ ਡੇਰੇ ਦਾ ਕੀ ਨਾਂ ਸੀ? ਉਹ ਡੇਰਾ ਹੀ ਕਹਿੰਦੇ ਸੀਗੇ। ਉਹ ਕਿਹੜੇ ਸਿੱਖ ਦਾ ਸੀ, ਉਹਦਾ ਕੋਈ ਨਾਂ ਦੱਸ ਦਿਓ। ਉਹ ਨਾ ਹੁਣ ਉਹ ਮਰ ਗਿਆ। ਇੱਕ ਤਾਂ ਉਹਨਾਂ ਦਾ ਜੰਗ ਸੌ ਸੀਗਾ, ਕਾਸਰ ਸੌ ਸੀਗਾ, ਉਹ ਮਰ ਗਏ। ਉਹ ਵਿਚਾਰੇ ਹੁਣ ਕੋਈ ਨਹੀਂ ਹੁਣ ਉਹਨਾਂ 'ਚੋਂ। ਅੱਛਾ, ਉਹ ਤੁਹਾਨੂੰ ਫਿਰ ਉੱਥੇ ਜਿਹੜਾ ਪਿੰਡ ਸੀ ਉਸ ਦੇ ਤੁਸੀਂ ਫਸਲਾਂ ਵੀ ਕਾਸ਼ਤ ਕਰਦੇ ਹੋਗੇ? ਹਾਂ। ਕਿਹੜੀ ਨਹਿਰ ਰਜਵਾਇਆ ਲੱਗਦਾ ਸੀ? ਨਹਿਰ ਦਾ ਰਜਵਾਇਆ ਲੱਗਦਾ ਸੀ ਜੋਧਪੁਰ ਜੋ ਕੋਲ ਜੋ ਸੀਗੇ ਨਹਿਰ ਅਸੀਂ, ਉਹ ਉਸ ਦਾ ਪਾਣੀ ਲੱਗਦਾ ਸੀ ਸਾਨੂੰ। ਪਿੱਛੇ ਜੋਧਪੁਰ ਪਿੰਡ ਸੀਗਾ। ਅੱਛਾ। ਉੱਥੋਂ ਪਾਣੀ ਆਉਂਦਾ ਸੀ, ਉਹ ਨਹਿਰ ਸੀ, ਉੱਥੋਂ ਪਾਣੀ ਆਉਂਦਾ ਸੀ, ਉਹ ਲੱਗਦਾ ਸੀ ਸਾਨੂੰ।
ਅੱਛਾ, ਤੇ ਉਹ ਦਰਿਆ ਤੁਹਾਡੇ ਨਜ਼ਦੀਕੀ ਕਿਹੜਾ ਸੀ? ਦਰਿਆ ਬਹੁਤ ਦੂਰ ਸੀ, ਸਾਤੋਂ ਦਰਿਆ ਨਹੀਂ ਸੀ ਨੇੜੇ ਸਾਡੇ। ਅੱਛਾ, ਜਦੋਂ ਇਹ ਹਿੰਦੁਸਤਾਨ ਤੇ ਪਾਕਿਸਤਾਨ ਦਾ ਬਟਵਾਰਾ ਹੋਣ ਲੱਗਾ, ਹਾਂ, ਤੁਹਾਨੂੰ ਕਿਵੇਂ ਪਤਾ ਲੱਗਿਆ ਸੀ ਕਿ ਪਾਕਿਸਤਾਨ ਅਲੱਗਾ ਹੋ ਗਿਆ? ਸਾਡੇ ਇੱਕ ਸਿੱਖੜੀ ਸੀ ਡੇਰੇ ਵਾਲੀ, ਉਹ ਕਹਿੰਦੀ ਸੀਗੀ ਮੇਰੇ ਪਿਓ ਨੂੰ, ਕਹਿੰਦੀ 1.5 ਮਣ ਆਟਾ ਪਿਆਲਾ, ਜ਼ਮੀਨ ਵੀ ਤੇਰੀ ਵਿਕ ਸਕਦੀ ਹੈ, ਘਰ ਵੀ ਵਿਕ ਸਕਦਾ, ਸਾਰਾ ਕੁਝ ਵੇਚ ਕੇ ਪਾਕਿਸਤਾਨ ਨੂੰ ਚਲਿਆ ਜਾ, ਤੇਰੇ ਗਾਜਰਾਂ ਵਾਂਗੂ ਬੱਚਿਆਂ ਨੂੰ ਵੱਢ ਦੇਣਗੇ, ਇਸੇ ਕਿਸੇ ਨੇ ਨਹੀਂ ਪੁੱਛਣਾ। ਤੇ ਮੇਰੇ ਭਰਾ ਸੀ 2 ਵੱਡੇ, ਉਹ ਸੀਗੇ ਵੱਖਰੇ। ਉਹ ਕਹਿਣ ਲੱਗਾ ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਜਾ ਕੇ, ਜੋ ਕਹਿਣ ਲੱਗਾ ਇਸ ਤਰ੍ਹਾਂ ਹੋ ਸਕਦੀ ਹੈ, ਅਸੀਂ ਜਾਂਦੇ ਤੂੰ ਵਗ ਜਾ। ਮੇਰੇ ਪਿਓ ਨੂੰ ਕਹਿਣ ਲੱਗੇ, ਮੇਰਾ ਪਿਓ ਕਹਿਣ ਲੱਗਾ ਜੜਾ ਇੱਥੇ ਛੱਡੀ ਜਾਂਦਾ, ਮੈਂ ਵਗ ਗਿਆ, ਮੇਰਾ ਕਹਿ ਜਾ ਕੀ ਫਾਇਦਾ, ਉਸ ਮੇਰੇ ਹਿੱਸੇ ਬਣ ਜਾਣ, ਮੈਂ ਉੱਥੇ ਬੈਠਾ ਰਹਾ ਤੇ ਮੈਂ ਨਹੀਂ ਜਾਂਦਾ ਹਾਂ। ਮੈਂ ਫਿਰ ਬੈਠਾ, ਜੋ ਸਿਰ ਚਾਹ ਵੱਜੀ ਨਾ, ਫਿਰ ਆ ਕੇ ਮੇਰੇ ਪਿਓ ਦੀ ਬੁੱਕ 'ਚ ਡਿੱਗ ਪਏ। ਕਹਿਣ ਲੱਗੇ ਹੁਣ ਕਿਵੇਂ ਕਰਕੇ ਬਾ, ਹੁਣ ਕਹਿੰਦਾ ਬਸ ਜੇ ਮੈਂ ਬਣ ਗਿਆ ਕੱਟੋ ਪੁੱਤ, ਹੁਣ ਮੇਰਾ ਕੀ ਬਸ ਸਕਲ ਆ ਕੇ, ਹੁਣ ਮੇਰਾ ਕੋਈ ਜ਼ੋਰ ਨਹੀਂ। ਬਾ ਫਿਰ ਜਿਹਦੀਆਂ ਬਚ ਗਿਆ ਸੀ ਬਚ ਕੇ, ਜਿਹਦੀਆਂ ਕੱਟ ਗਿਆ ਸੀ ਉਹ ਮਾਰ ਮੂਰ ਸੇ ਸਭ ਖਤਮ ਕਰਤੇ। ਅੱਛਾ, ਨਹੀਂ ਮਤਲਬ ਹੈ ਵੀ ਜਿਸ ਵੇਲੇ ਉਜਾੜਾ ਪਿਆ, ਕੋਈ ਐਲਾਨ ਕੀਤਾ ਗਿਆ ਸੀ ਜਾਂ ਵੈਸੇ ਤੁਹਾਨੂੰ ਕੋਈ ਖਬਰ ਮਿਲੀ ਕਿ ਜਿਹੜਾ ਹਿੰਦੁਸਤਾਨ ਤੇ ਪਾਕਿਸਤਾਨ ਅਲੱਗ ਹੋ ਗਏ ਨੇ, ਤੇ ਕਿਸ ਤਰ੍ਹਾਂ ਫਿਰ ਤੁਸੀਂ ਇੱਧਰ ਆਏ? ਸਾਰੀ ਹਿਸਟਰੀ ਸੁਣਾਓ ਸਾਡੇ ਨਾਜ਼ਰੀਨ ਨੂੰ। ਜਦੋਂ ਵੋਟਾਂ ਪਈਆਂ ਨਹੀਂ ਕਰੀ, ਇਹ ਸਿੱਖ ਦੇ ਸੀਗੇ, ਅੰਗਰੇਜ਼ ਦੀ ਸੀਗੀ ਬਾਦਸ਼ਾਹੀ, ਅੰਗਰੇਜ਼ ਹਾਰ ਗਿਆ, ਅੰਗਰੇਜ਼ ਹਾਰਿਆ, ਕੋਸ਼ਿਸ਼ ਸਾਰਾ ਕਸ਼ਮੀਰ ਦਾ ਦੇ ਗਿਆ ਪਾਕਿਸਤਾਨ ਨੂੰ, ਤੇ ਦੂਸਰਾ ਦੇ ਗਿਆ ਹਿੰਦੂਆਂ ਨੂੰ, ਤੇ ਕਹਿਣ ਲੱਗਾ ਇਹ ਪਾਕਿਸਤਾਨ ਬਣੂਗਾ, ਉਹ ਹਿੰਦੁਸਤਾਨ ਬਣੂਗਾ, ਮੁਸਲਮਾਨ ਉੱਧਰ ਰਹਿਣਗੇ, ਸਿੱਖ ਇੱਧਰ ਰਹਿਣਗੇ। ਤੇ ਫਿਰ ਅਸੀਂ ਉੱਧਰੋਂ ਇੱਧਰ ਆ ਗਏ, ਸਿੱਖ ਇੱਧਰ ਨੇ ਉੱਧਰ ਚਲੇ ਗਏ। ਕਿਸ ਤਰ੍ਹਾਂ ਆਏ, ਕਿਵੇਂ ਤੁਹਾਨੂੰ ਜਿਹੜੇ ਯਾਨੀ ਕਿ ਆਂਦੀ ਵਾਰੀ ਤਕਲੀਫਾਂ ਮੁਸੀਬਤਾਂ ਆਈਆਂ, ਇਹ ਬੜਾ ਸਾਰੀਆਂ ਦੱਸੋ। ਜਦੋਂ ਇਹ ਗੜਬੜ ਹੋਈ ਆ ਕਿ 13 ਦਿਨ ਰਹੀ ਹੈ, 13 ਦਿਨ। ਅੱਛਾ, 13 ਦਿਨਾਂ ਤੋਂ ਬਾਅਦ ਫਿਰ ਅਮਨ ਹੋ ਗਿਆ। ਅਮਨ ਹੋਇਆ, ਫਿਰ ਅਸੀਂ 2 ਸਾਲ ਪਿੱਛੋਂ ਰਹਿ ਕੇ ਆਏ ਉੱਧਰ। 2 ਸਾਲਾਂ ਤੋਂ ਬਾਅਦ ਫਿਰ ਮੈਂ ਆਇਆ ਅਮਨ ਹੋਏ ਤੋਂ। ਜਦੋਂ ਉਜਾੜੇ ਪਏ ਨੇ ਉਸ ਲਈ ਕਿਉਂ ਨਹੀਂ ਆਇਆ, ਕੀ ਵਜ੍ਹਾ ਬਣੀ ਸੀ? ਜਦੋਂ ਉਜਾੜੇ ਪੈ ਲੱਗੇ ਨਾ, ਉਸ ਤੋਂ ਲੁਕਦੇ ਫਿਰਦੇ, ਕੋਈ ਕਿਤੇ ਲੁਕਦਾ, ਕੋਈ ਕਿਤੇ ਲੁਕਦਾ ਸੀਗਾ, ਕੋਈ ਜੋਰਾਂ 'ਚ ਲੁਕਦੇ ਸੀ, ਕੋਈ ਕਿਤੇ ਲੁਕਦੇ ਸੀਗੇ, ਇੱਦਾਂ ਲੁਕਦੇ ਸੀ। ਤੇ ਜਦੋਂ ਬੜਾ ਗਾਠੇ ਉਹ ਕਹਿਣ ਲੱਗਿਆ ਜਿਹਨੇ ਇੱਕ ਬੱਚਾ ਮੁਸਲਮਾਨ ਦਾ ਮਾਰ ਦਿੱਤਾ ਨਾ, ਉਹਦੇ 2 ਖੂਨ ਲੈ ਜਾਣਗੇ। ਫਿਰ ਵੀ ਕਿਸੇ ਨੇ ਮਾਰਿਆ, ਫਿਰ ਅਸੀਂ ਆਪਦਾ ਆਰਾਮ ਨਾਲ ਰਹੇ ਹਾਂ, ਫਿਰ ਸਾਨੂੰ ਕਿਸੇ ਨੇ ਗਾਲ ਵੀ ਨਹੀਂ ਕੱਢੀ ਹੈਗੀ ਆ, ਫਿਰ ਅਮਨ ਨਾਲ ਬਸੇ ਅਸੀਂ 2 ਸਾਲ ਰਹਿ ਕੇ ਆਏ। ਫਿਰ ਅਸੀਂ ਮਗਰੋਂ ਘਰ ਚਲੇ ਤੋਂ, ਅਤੇ 2 ਸਾਲਾਂ ਤੋਂ ਬਾਅਦ ਫਿਰ ਅਸੀਂ ਪਾਕਿਸਤਾਨ 'ਚ ਆਏ ਹਾਂ। ਅੱਛਾ, ਤੁਹਾਡੀ ਬਾਕੀ ਫੈਮਿਲੀ ਆ ਗਈ ਸੀ, ਸਿਰਫ ਤੁਸੀਂ ਰਹੇ ਪਿੱਛੇ ਉੱਥੇ ਹਿੰਦੁਸਤਾਨ? ਨਾ ਜੀ, ਸਾਡੇ ਸਭ ਮਾਰ ਗਏ ਪਿੱਛੇ, ਕੋਈ ਨਹੀਂ। ਮੇਰੇ ਤਾਏ ਸੀਗੇ, ਮੇਰੇ ਤਾਇਆ ਨੂੰਹਾਂ ਸੀ, ਪੋਤੇ ਸੀਗੇ, ਸਭ ਤਮਾਮ ਮਾਰ ਦਿੱਤੇ। ਉਹ ਰਾਤ ਇੱਕ ਸਾਡੇ ਉੱਤੇ ਹੀ ਲੰਘ ਜਾਂਦੀ ਨਾ, ਤੇ ਅਸੀਂ ਸਾਰੇ ਬਚ ਗਏ ਸੀ। ਉਹ ਬਠਿੰਡਾ ਸ਼ਹਿਰ ਸੀ ਨਾ, ਸਾਡੇ ਪਿੰਡ ਦਾ ਨਹੀਂ ਕਿਸੇ ਨੇ ਮਾਰਿਆ। ਉਹ ਕਹਿਣ ਲੱਗੇ ਵੀ ਤੁਹਾਨੂੰ ਗੱਡੀ ਚੜਾਇਆ ਉਹਨੇ, ਆਪਣੇ ਕਿਸਮ ਦਾ ਬਚਿਓ ਮਰਿਓ, ਅਤੇ ਚਲੋ ਤੁਹਾਨੂੰ ਗੱਡੀ ਚੜਾਇਆ ਉਹਨੇ। ਉਹ ਬਠਿੰਡੇ ਲੈ ਕੇ ਟੁਰ ਪਏ, ਟੁਰੇ ਬਠਿੰਡੇ ਲੈ ਕੇ ਬਠਿੰਡੇ ਜਾ ਕੇ ਜਦੋਂ ਗਏ ਨਾ, ਤੇ ਉੱਥੇ ਛੱਡ ਕੇ ਉਹਨੇ ਲਗਾੜੇ ਪੈ ਗਏ, ਤੇ ਲਗਾੜੇ ਪੈ ਬਾਹਰ ਲਗਾੜਾ ਨੇ ਮਾਰ ਦਿੱਤੇ। ਇੱਕ ਮੇਰੇ ਤਾਏ ਦੀ ਧੀ ਸੀਗੀ, ਉਹ ਬਹੁਤ ਸੋਹਣੀ ਸੁਨੱਖੀ ਸੀ, ਪਿੰਡ ਸੀਗਾ ਭੁੱਖਿਆਲੀ, ਉੱਥੋਂ ਦਾ ਸਿੱਖ ਸੀ, ਉਹਨੂੰ ਲੈ ਗਿਆ, ਕੁੜੀ ਉਹ ਨਹੀਂ ਮਾਰੀ ਹੈ। ਅਤੇ ਉਹਨੂੰ ਅਸੀਂ ਹਿੰਦੁਸਤਾਨ ਦੇ ਵਿੱਚ ਮੇਰੀ ਮਾਂ ਉਸ ਨੂੰ ਜਾ ਕੇ ਕੁੜੀ ਨੂੰ ਮਿਲ ਕੇ ਆਈ ਹੈ। ਉਹ ਕੁੜੀ ਦਾ ਜੀ ਲੱਗਿਆ ਸੀ, ਉਹ ਕਹਿਣ ਲੱਗੀ ਮੈਂ ਬਚ ਗਿਆ ਚਾਚੀ ਇਹ, ਅਤੇ ਹੋਰ ਸਭ ਮਾਰ ਦਿੱਤੇ, ਹੋਰ ਕੋਈ ਨਹੀਂ ਛੱਡਿਆ, ਸਭ ਮਾਰ ਦਿੱਤਾ। ਜੇ ਕਿਸੇ ਅਸੀਂ ਇੱਕ ਪੇਟ ਦੇ ਸਾਰੇ ਜੀ ਅਸੀਂ ਆ ਜਾਂਦੇ ਨਾ, ਜਿਹੜਾ ਚੱਕ ਆ, ਇਸ ਚੱਕ ਨੂੰ ਵੱਡਾ ਚੱਕ ਬਣਦਾ ਸਾਡਾ, ਅਜੇ ਜੀ ਮਾਰ ਦਿੱਤੇ ਸਾਡੇ ਉੱਧਰ, ਖਤਮ ਕਰ ਦਿੱਤੇ। ਅੱਛਾ, ਹਾਂਜੀ। ਉਹ ਜਿਹੜਾ ਤੁਸੀਂ ਦੱਸ ਰਹੇ ਜੇ ਉੱਥੇ ਇੱਕ ਤੁਹਾਡੀ ਬੇਟੀ ਯਾਨੀ ਕਿ ਰਹਿ ਗਈ ਪਿੱਛੇ, ਹਾਂ, ਉਹ ਹੁਣ ਵੀ ਕਦੀ ਮੁਲਾਕਾਤ ਹੋਈ ਉਹਦੇ ਨਾਲ? ਹੁਣ ਉਹ ਕੀ ਪਤਾ ਮਰ ਗਈ ਕਿ ਹੈਗੀ ਆ, ਕੀ ਪਤਾ ਜੀ। ਹੁਣ ਆਇਆ ਨੂੰ ਇਹਨਾਂ ਨੂੰ ਕਿੰਨਾ ਚਿਰ ਹੋ ਗਿਆ ਜਿਹੜਾ ਨੂੰ, ਉਦੋਂ ਉਸ ਵਕਤ ਉਹ ਕੁੜੀ ਸੀਗੀ, ਕੋਈ 20 ਸਾਲ ਦੀ ਸੀ ਉਹ ਕੁੜੀ, ਸ਼ਾਇਦ ਖਬਰ ਹੈਗੀ ਆ ਕਿ ਮਰ ਗਈ ਹੋਣੀ ਆ ਹੁਣ। ਅੱਛਾ, ਤੁਹਾਡੇ ਤੇ ਜਿਹੜੇ ਜ਼ੁਲਮ ਹੋਏ ਨੇ, ਖਾਸ ਤੌਰ ਤੁਹਾਡੇ ਤੇ, ਤੁਹਾਡੀ ਆਪਣੀ ਜ਼ਾਤ ਤੇ, ਉਹ ਵੀ ਸਾਡੇ ਨਾਜ਼ਰੀਨ ਦੱਸੋ। ਉਹ ਜ਼ੁਲਮ ਹੋਏ ਜਿਹੜੇ ਉਹ ਜਦੋਂ ਮਾਰਿਆ ਨਾ ਅਸੀਂ, ਹਾਂਜੀ, ਅਸੀਂ ਇੱਕ ਬੇਰੀ ਸੀਗੀ ਜਾਂ ਬਿਜਲੀ ਜਾਂਦਾ ਖਾਲਾ, ਇੱਧਰ ਵੀ ਜਵਾਰਾ ਜੈਸੇ ਬੇਰੀ ਖੜੀ ਆ, ਉਹ ਬੇਰੀ ਦੇ ਹੇਠਾਂ ਅਸੀਂ ਪਿਓ ਪੁੱਤ ਬੈਠੇ ਦੋਨੇ ਬੈਠੇ ਹਾਂ। ਅਤੇ ਸਾਡੇ ਕੋਲ ਇੱਕ ਚਮਿਆਰ ਆ, ਜੁੱਤੀਆਂ ਸਿਉਣ ਵਾਲਾ, ਉਹਨੂੰ ਚਮਿਆਰ ਕਹਿੰਦੇ ਨੇਗੇ। ਉਹ ਆ ਕੇ ਕਹਿਣ ਲੱਗਿਆ ਤਾਇਆ, ਆਖਿਆ ਤੁਸੀਂ ਇੱਥੇ ਬੈਠੋ, ਆਖਿਆ ਜਿਹੜਾ ਇੱਧਰੋਂ ਗਏ ਸੀ ਨਾ ਤਾਰਾ ਸਿਉਂ, ਉਹਦਾ ਬੱਚਾ ਮਾਰਤਾ ਸੀਗਾ। ਅੱਛਾ, ਉਹ ਕਹਿਣ ਲੱਗਿਆ ਵੀ ਤੁਸੀਂ ਮੁਸਲਮਾਨਾਂ ਨੂੰ ਰੱਖੀ ਬੈਠੋ, ਮਾਰਦੇ ਨਹੀਂ ਹੋ, ਮੇਰੇ ਸਾਰੇ ਬੱਚੇ ਮਾਰਤੇ ਨੇ, ਕਿਉਂ ਨਹੀਂ ਮਾਰਦੇ ਹੋ? ਮੈਂ ਸਵੇਰੇ ਆਊਂਗਾ, ਡਿੱਗਰ ਵੇਲੇ ਆਇਆ ਸੋ,
ਸਵੇਰੇ ਆਊਂਗਾ ਜਿਹਦੇ ਘਰੋਂ ਮੈਨੂੰ ਲੱਭ ਗਏ ਨਾ ਉਹਨਾਂ ਦੇ ਘਰ ਨੂੰ ਅੱਗ ਲਾਊਂਗਾ, ਪਹਿਲਾਂ ਉਹਨਾਂ ਦਾ ਘਰ ਸਾੜੂਗਾ, ਫਿਰ ਉਹਨਾਂ ਨੂੰ ਮਾਰੂਗਾ, ਫਿਰ ਮੁਸਲਮਾਨਾਂ ਨੂੰ ਮਾਰੂਗਾ, ਅਤੇ ਮੈਂ ਛੱਡਣਾ ਕਿਸੇ ਨੂੰ ਨਹੀਂ। ਅੱਛਾ ਉਹ ਡਰਾਵਾ ਦੇ ਕੇ ਭੱਜ ਗਿਆ। ਉਹਨਾਂ ਨੇ ਕੀ ਸੀਗਾ ਉਸਨੇ, ਅਤੇ ਭਾਈ ਡਰਦਾ ਨੇ ਕਿਸੇ ਨੇ ਘਰੇ ਨਾ ਫੜ ਦਿੱਤੇ। ਕਹਿਣ ਲੱਗੇ ਵੀ ਜਿੱਥੇ ਮਰਜ਼ੀ ਜਾਓ ਜੋ ਅਗਰ ਸਾਡੇ ਘਰ ਸਾੜ ਦੂਗਾ, ਸਾਨੂੰ ਮਾਰ ਦੂਗਾ, ਅਤੇ ਅਸੀਂ ਨਹੀਂ ਫੜ ਦਿੱਤੇ। ਬਾਹਰ ਸਭ ਬਾਹਰ ਭੱਜ ਗਏ ਲੋਕ। ਉਹ ਜਿਹਨਾਂ ਨੇ ਧਮਕੀਆਂ ਦਿੱਤੀਆਂ ਉਹ ਸਿੱਖਾਂ ਦੇ ਘਰ ਸੀ? ਹਾਂ ਸਿੱਖਾਂ ਦੇ। ਅਤੇ ਫਿਰ ਅਸੀਂ ਬਾਹਰ ਜਾ ਕੇ ਲੋਕਾਂ ਪੇਪਰ ਤੋਂ ਅਸੀਂ ਬੈਠੇ ਹਾਂ, ਖਾਣਾ ਜਾਂਦਾ ਸੀ, ਇੱਧਰ ਵੀ ਜਾਣ ਇੱਧਰ ਵੀ ਜਾਣ। ਅਸੀਂ ਉੱਥੇ ਬੈਠੇ ਹਾਂ ਅਤੇ ਮੀਂਹ ਪੈਣ ਲੱਗ ਗਿਆ, ਅਤੇ ਇੱਕ ਚਮਿਆਰ ਆਇਆ, ਆ ਕੇ ਉਹ ਚਮਿਆਰ ਕਹਿਣ ਲੱਗਿਆ ਤਾਇਆ ਤੁਸੀਂ ਇੱਥੇ ਬੈਠੇ ਹੋ? ਕਿ ਹਾਂ ਭਾਈ ਅਸੀਂ ਇੱਥੇ ਬੈਠੇ ਹਾਂ। ਚੰਗਾ ਕਿ ਤੁਸੀਂ ਇੱਥੇ ਬੈਠੇ ਹੋ, ਜੋ ਕੋਈ ਤੁਹਾਡੀ ਗੱਲਬਾਤ ਹੋਈ ਨਾ ਅਤੇ ਮੈਂ ਤੁਹਾਨੂੰ ਆ ਕੇ ਦੱਸ ਦੂੰ, ਤੁਸੀਂ ਲੁਕ ਜਾਓ ਕਿਧਰੇ। ਅਗੇ ਚੰਗਾ। ਅੱਛਾ ਉਹ ਚਲਿਆ ਗਿਆ ਅਤੇ ਮੈਂ ਮੇਰੇ ਬਾਲ ਨੂੰ ਆਖਿਆ, ਮੈਂ ਬਾਲ ਸਾਹਿਬ ਤੁਸੀਂ ਐਂ ਕਰੋ, ਮੇਰੇ ਆਖੇ ਲੱਗੋ ਉੱਠ ਖੜੋ ਇੱਥੋਂ। ਕਹਿੰਦਾ ਕਿਉਂ? ਮੈਂ ਆਖਿਆ ਇਸ ਦੇ ਹੀਰੇ ਚੱਕ ਕੇ ਆਪਣੇ ਦੇ ਬੇਈਮਾਨ ਹੋ ਜਾਣ, ਆਪਾਂ ਨੂੰ ਮਾਰਦੇ ਨਹੀਂ ਹੋਈ ਅਤੇ ਆਪਾਂ ਹੋਰ ਕਿਤੇ ਚਲੇ ਜਾਈਏ। ਕਹਿੰਦਾ ਨਹੀਂ ਪਿੰਡ ਨੇ ਆਪਾਂ ਨੂੰ ਕਿਸੇ ਨੇ ਨਹੀਂ ਮਾਰਿਆ ਹੈ, ਅਤੇ ਸਮਾਂ ਆਪਾਂ ਨੂੰ ਪਤਾ ਜਾਊਗਾ। ਅਤੇ ਅਸੀਂ ਉੱਥੇ ਬੈਠੇ ਰਹੇ, ਮੀਂਹ ਸਾਡੇ ਉੱਤੇ ਪਈ ਜਾਂਦਾ। ਬੈਠੇ ਰਹੇ ਜਿਸ ਵਕਤ ਮੈਂ ਬੈਠੇ ਹੀ ਬੇਹੋਸ਼ ਹੋ ਗਿਆ। ਮੈਨੂੰ ਕੋਈ ਪਤਾ ਲੱਗਿਆ ਵੀ ਕਿੱਧਰ ਮੈਨੂੰ ਉਠਾ ਕੇ ਜਾਂਦਾ, ਕਿੱਧਰ ਨਹੀਂ ਜਾਂਦਾ, ਮੈਨੂੰ ਕੋਈ ਪਤਾ ਲੱਗਿਆ। ਅੱਛਾ ਉਹ ਜੀ ਇੱਕ ਚੂੜਾ ਅਤੇ ਇੱਕ ਚਮੇਰਾ ਦਾ ਮੁੰਡਾ ਅਤੇ ਇੱਕ ਹੋਰ ਤਿੰਨ ਜਣੇ ਰਲ ਕੇ ਫਿਰ ਆ ਗਏ। ਅੱਛਾ ਜਦੋਂ ਫਿਰ ਮੇਰੇ ਬਾਲ ਸਾਹਿਬ ਕੋਲ ਪੈਸੇ ਸੀਗੇ, ਜਦੋਂ ਆਏ ਕਿ ਨਹੀਂ, ਅਤੇ ਜਿਹੜਾ ਤੀਸਰਾ ਸੀ ਨਾ ਉਹ ਤਾਂ ਲੁਕਿਆ ਖੜੋਤਾ, ਉਹ ਸੰਗਤ ਵੀ ਬਹੁਤ ਸਾਡੀ ਉਹਦੇ ਨਾਲ, ਉਹ ਲੁਕਿਆ ਖੜਾ ਅਤੇ ਇੱਕ ਚੂੜਾ ਅਤੇ ਇੱਕ ਚਮੇਰ ਮੇਰੇ ਆ ਕੇ ਉਹਨੂੰ ਸੋਟੀਆਂ ਮਾਰ ਗਿਆ। ਵਾਲ ਤੁਹਾਡੇ ਨੂੰ? ਹਾਂ ਇੱਥੇ ਸੋਟੀਆਂ ਜਦੋਂ ਮੇਰੇ ਮਾਰ ਗਿਆ ਨਾ ਅਤੇ ਮੇਰਾ ਬਾਲ ਦਾ ਭੱਜ ਗਿਆ। ਅੱਛਾ ਉਹਨੇ ਆਖਿਆ ਮੁੰਡਾ ਮੇਰਾ ਮਾਰ ਦਿੱਤਾ ਅਤੇ ਛੱਡ ਦੇ ਮੈਨੂੰ ਮਾਰ ਦੇਣਗੇ। ਉਹ ਭੱਜ ਗਿਆ। ਜਦੋਂ 70 ਸਾਲ ਦੀ ਉਮਰ ਦਾ ਸੀਗਾ, ਬੁੱਢਾ ਸੀ, ਭੱਜਾ ਫਿਰਦਾ ਰਿਹਾ ਬਸੇਰਾ ਚ ਕਿਉਂ ਬਰਸ ਹੋ ਜਿਹੜੇ ਕਿਉਂ ਜਾਣ ਦਿੰਦੇ ਨੇ। ਅੱਛਾ ਅਖੀਰ ਜਦੋਂ ਹੰਭ ਗਿਆ ਨਾ ਉਹਦੇ ਕੋਲ ਵੀ ਗੰਡਾਸਾ ਸੀ। ਉਹ ਕਹਿਣ ਲੱਗਿਆ ਵੀ ਹੁਣ ਮੈਂ ਨਹੀਂ ਕਿਹਾ ਭੱਜਾ ਨਹੀਂ ਮੈਥੋਂ ਜਾਂਦਾ ਹੈ, ਅਤੇ ਹੁਣ ਤੁਸੀਂ ਮੈਨੂੰ ਮਾਰ ਦਿਓ ਬੇਸ਼ੱਕ ਨਹੀਂ। ਅਤੇ ਆ ਲੋਕਾਂ ਦਾ ਕਹਾ ਹੁਣ ਮੈਂ ਸੌਖਾ ਨਹੀਂ ਮਾਰਦਾ ਤੁਹਾਡੇ ਕੋਲ। ਖੜ ਗਿਆ ਜੋ ਪਾਏ ਜੋ ਪਹਿਲਾਂ ਉੱਪਰ ਲੜ ਪਿਓ ਸੇ ਟਿੱਬੀ ਸੀ ਇੱਕ ਲੜ ਪਿਓ ਸੇ ਘੰਟਾ ਲੜਦੇ ਰਹੇ। ਜੋਮਾਂ ਤੋਂ ਸੋਟੀ ਨਹੀਂ ਖਾਦੀ, ਜੋਮੇ ਅੱਗੇ ਲਾ ਲਏ ਮੇਰੇ ਬਾਲ ਚਲੇ, ਜੋਮੇ ਅੱਗੇ ਭੱਜੇ ਫਿਰਦੇ ਨੇ। ਉਹ ਜਿਹੜਾ ਤੀਸਰਾ ਸੀ ਨਾ ਉਹ ਲੁਕਿਆ ਖੜਾ ਸੀ। ਉਹ ਕਹਿਣ ਲੱਗਿਆ ਤਾਇਆ ਕੀ ਕਰਦੇ ਹੋ, ਕੀ ਕਰਦੇ ਹੋ? ਉਹ ਕਹਿੰਦਾ ਤਾਇਆ ਕੀ ਭੈਣ ਦਾ ਮੁੰਡਾ ਤਾਂ ਮੇਰਾ ਮਾਰ ਦਿੱਤਾ, ਇਹਨਾਂ ਨੇ ਮੈਨੂੰ ਮਾਰ ਦੇਣਗੇ। ਮੈਂ ਕਹਿੰਦਾ ਮੇਰੇ ਕੋਲ ਪੈਸੇ ਲੈ ਲਓ, ਜੇ ਪੈਸੇ ਮਿਲੇ ਤਾਂ ਮੈਨੂੰ ਮਾਰ ਦੇਣਗੇ। ਉਹਨਾਂ ਨੂੰ ਗਾਲਾਂ ਲੱਗ ਗਿਆ ਕੱਢਣ। ਉਹ 500 ਦਾ ਕੀ ਕਰ ਦਿਓ ਹਰਾਮ ਜੇ ਤੁਸੀਂ ਪਿੰਡ ਦੇ ਕਿਸੇ ਨੇ ਮਾਰਿਆ ਕੀ ਕਰ ਦਿਓ? ਮੇਰਾ ਪੈਸੇ ਮੇਰੀ ਹਮਲਾ ਕਰਦਾ ਹੈ। ਉਸ ਜਦੋਂ ਉਹਦੇ ਕੋਲ ਗਿਆ ਉਹਨੇ ਕਿਹਾ ਆਸੇ ਪਾਸੇ ਮੂੰਹ ਕੀਤਾ, ਉਹਦੇ ਸਿਰ 'ਚ ਮਾਰਾ ਗੰਡਾਸਾ ਪੰਜ ਉਹਦੇ, ਇੱਕ ਐਸਾ ਦਾ ਮਾਰਾ, ਦੋ ਮਾਰੇ, ਇੱਕ ਧੌਣ 'ਚ ਮਾਰਾ, ਇੱਕ ਐਸੇ ਮੁਰਚੇ 'ਤੇ ਮਾਰਾ, 4 ਗੰਡਾਸੇ ਮਾਰੇ। ਉਹ ਸਭ ਮਾਰ ਕੇ ਸੜ ਦਿੱਤਾ। ਚਰੀ ਦਾ ਵੱਢ ਸੀ, ਵੱਢ ਦੇ ਵਿੱਚ ਸੜ ਦਿੱਤਾ। ਜਾਂ ਚਰੀ ਸੀਗੀ ਉਹ ਜਿਹੜੇ ਚਰੀ ਦੇ ਵਿੱਚ ਮੈਂ ਰਿੜਕੇ ਗਿਆ ਜਾਂ ਮੈਨੂੰ ਘੜੀਸ ਕੇ ਸਿੱਟਿਆ ਉਹਨਾਂ ਨੇ, ਇਹ ਮੈਨੂੰ ਕੋਈ ਪਤਾ ਨਹੀਂ। ਅੱਛਾ ਜਦੋਂ ਰਾਤ ਪਾਈ, ਰਾਤ ਮਿਲ ਕੇ ਬਕਾਈ ਹੁੰਦੀ ਰਹੀ ਸਾਡੇ ਉੱਤੇ। ਜਦੋਂ ਦਿਨ ਚੜ੍ਹਿਆ ਨਾ ਲੱਸੀਆਂ ਮੇਰਾ ਦਿਨ ਹੋਇਆ, ਰੋਟੀ ਮੇਰਾ, ਅਤੇ ਸੱਥਾਂ ਸੀਗੀਆਂ ਉੱਥੇ ਸਿੱਖ ਬੈਠੇ ਅਤੇ ਦਿਨ ਨਿਕਲਿਆ। ਉਸ ਸਿੱਖ ਉੱਥੇ ਬੈਠਾ ਜਿਹਦੇ ਚੂੜਾ ਨੌਕਰ ਸੀ, ਚੂੜੇ ਨੂੰ ਕਹਿਣ ਲੱਗਾ ਜਾ ਹੋਏ ਪੱਠੇ ਲੈ ਕੇ ਆ ਕੇ ਕਰਦੇ ਪੱਠੇ ਲਿਆ, ਮਾਲ ਨੂੰ ਮਾਲ ਭੁੱਖਾ ਮਰਦਾ, ਜੋ ਦਾ ਚੱਲ ਮਾਲ ਪੱਠੇ ਚੱਕ ਲਓ ਚੂੜੇ। ਉਹ ਗਿਆ ਪੱਠੇ ਲੈਣ, ਉਹਨੇ ਜਦੋਂ ਜਾ ਕੇ ਦੇਖਿਆ ਨਾ ਵੀ ਫਲਾਣਾ ਘਮਿਆਰਾ ਮਾਰਿਆ ਪਿਆ, ਉਹ ਪਿਓ ਵਾਪਸ ਭੱਜ ਗਿਆ ਪਿੰਡ ਨੂੰ। ਵਾਪਸ ਭੱਜਿਆ, ਉਹਨੇ ਆਖਿਆ ਮੇਰੇ ਸਿਰ ਲਾ ਦੇਣਗੇ ਵੀ ਚਾਹੇ ਮਾਰੇ ਚਾਹੇ ਪੈਸੇ ਕੋਈ ਨਾ। ਉਹ ਜਦੋਂ ਵਾਪਸ ਗਿਆ, ਜਦੋਂ ਸੱਸ ਦੇ ਵਿੱਚ ਗਿਆ ਨਾ, ਉਹ ਜ਼ਿਮੀਦਾਰ ਉੱਥੇ ਬੈਠੇ, ਉਹ ਘਰ ਵਾਲਾ ਜਿਹਦਾ ਨੌਕਰ ਸੀ ਉਹ ਬੈਠਾ, ਉਹ ਫਿਰ ਗਾਲਾਂ ਕੱਢਣ ਲੱਗਾ ਚੂੜੇ ਨੂੰ। ਉਹ ਕਹਿਣ ਲੱਗਾ ਤੈਨੂੰ ਮੈਂ ਕਹਿੰਦਾ ਪੱਠੇ ਲਿਆ, ਤੂੰ ਜਾ ਕੇ ਇੱਥੇ ਫਿਰ ਜਾਏਗਾ, ਹਾਲੇ ਗਿਆ ਨਹੀਂ। ਉਹ ਐਂ ਹੱਥ ਬੰਨ੍ਹ ਕੇ ਖੜ ਗਿਆ। ਉਹ ਕਹਿਣ ਲੱਗਿਆ ਕੰਜਰਾ ਤੂੰ ਬੂਹਾਂ ਦਾ ਬਾਗ ਹੱਸ ਕੇ ਬੰਨ੍ਹਣਗੇ। ਉਹ ਕਹਿਣ ਲੱਗਾ ਜੀ ਮੈਂ ਖੇਤੋਂ ਆਇਆ ਮੁੜ ਕੇ, ਜਿਹੜਾ ਫਲਾਣਾ ਘਮਿਆਰਾ ਉਹ ਆਪਣੇ ਵੱਢ ਦੇ ਵਿੱਚ ਮਾਰਿਆ ਪਿਆ ਹੈਗਾ, ਅਤੇ ਮੈਂ ਖੇਤੋਂ ਆਇਆ ਮੁੜ ਕੇ ਆਖਣਗੇ ਵੀ ਚਾਹੇ ਮਾਰਿਆ ਚਾਹੇ ਪੈਸੇ ਖੋਏ ਦੇਣਗੇ, ਅਤੇ ਮੈਂ ਤਾਂ ਭੱਜਿਆ ਆਇਆ। ਅਗਰ ਹਾਂ ਮਾਰਤਾ ਕਿਸੇ ਨੇ ਆਖਿਆ ਹਾਂ ਭਾਈ ਉਹ ਮਾਰਿਆ ਪਿਆ ਕਿ ਉੱਥੇ ਚੱਲ ਆਖੇ ਪੱਠੇ ਵੱਢ ਕੇ ਅਸੀਂ ਆਉਂਦੇ ਹਾਂ। ਲੈ ਜੀ ਉਹ ਤਾਂ ਚੂੜਾ ਪੱਠੇ ਵੱਢੇ ਚਲਾ ਗਿਆ। 10-12 ਬੰਦੇ ਨਿਕਲੇ ਫਿਰ ਉੱਥੋਂ, ਇੱਕ ਚੂੜਾ ਲੈ ਲਿਆ ਨਾਲ। ਉਹਨਾਂ ਨੇ ਆਖਿਆ ਵੀ ਉਹਨਾਂ ਨੂੰ ਤਾਂ ਦਫਨਾ ਨਹੀਂ ਚੱਲਦਾ ਪਰ ਚਲੋ ਉਹਦੇ ਉੱਥੇ ਮਿੱਟੀ ਪਾਇਆ ਉਹਨੇ, ਅਤੇ ਕਾਂ ਕੁੱਤੇ ਦਾ ਨਾਂ ਖਰਾਬ ਕਰਨਗੇ। ਚੂੜਾ ਲੈ ਲਿਆ, ਚੂੜੇ ਤੋਂ ਟੋਆ ਬਟਾ ਲਿਆ ਅਤੇ ਗਾਂ ਗਏ। ਇੱਕ ਜੋ ਗਏ ਨਾ ਅਤੇ ਇੱਕ ਡੇਰਾ ਸੀ ਸਿੱਖਾਂ ਦਾ, ਉੱਥੇ ਬੜਾ ਮੁਹੱਬਤੀ ਮੁੰਡਾ ਸਾਡਾ। ਉਹ ਕਹਿਣ ਲੱਗਾ ਕਿੱਧਰ ਜਾਣੇ? ਉਹ ਹਜ਼ਾਰ ਫਲਾਣਾ ਘਮਿਆਰ ਮਾਰਤਾ, ਉਹਨੂੰ ਦਫਨਾਉਣ ਚੱਲਦਾ। ਕਹਿੰਦਾ ਠਹਿਰ ਜਾ ਮੈਂ ਵੀ ਚੱਲਦਾ। ਉਹਨੂੰ ਪਤਾ ਸੀਗਾ ਅਸੀਂ ਰੋਟੀਆਂ ਲੈ ਕੇ ਆਏ ਸੀ ਉਹਦੇ ਕੋਲ ਡੇਰੇ 'ਚੋਂ। ਉਹ ਵੀ ਜਦੋਂ ਆਏ ਨਾ ਉਹ ਕਹਿਣ ਲੱਗਿਆ ਵੀ ਖੜ ਜੋ, ਜਦੋਂ ਇਸ਼ਾਰਾ ਜਾ ਕੇ ਵੀ ਹਾਂ ਕੇ ਮਾਰਿਆ ਪਿਆ। ਉਹ ਕਹਿਣ ਲੱਗਿਆ ਕਿ ਉਹ ਖੜ ਜਾ ਮੇਰੀ ਗੱਲ ਸੁਣੋ।
ਉਹਦਾ ਮੁੰਡਾ ਸੀਗਾ ਜਿਹੜਾ ਨਾਲ ਛੋਟਾ, ਉਹ ਨਾਲ ਸੀਗਾ। ਉਹਨੂੰ ਦੇਖੋ ਇੱਥੇ ਕਿਤੇ ਜਵਾਰ ਦੇ ਵਿੱਚ ਪਿਆ ਹੋਣਾ, ਅਤੇ ਉਹ ਵੀ ਮਾਰਿਆ ਪਿਆ ਹੋਣਾ, ਅਤੇ ਦੋਹਾਂ ਪਿਆ ਪੁੱਤਾਂ ਨੂੰ ਇਕੱਠੇ ਦਫਨਾ ਦਿਆ। ਉਹ ਜੀ ਢੀਠ ਸੀ ਮਗਰ ਮੁੰਡਾ ਉਹੀ ਲੱਗ ਗਿਆ। ਉਹੀ ਲੱਗਿਆ ਅਤੇ ਜਦੋਂ ਉਹ ਆਇਆ ਨਾ, ਉਹ ਕਹਿੰਦਾ ਇੱਕ ਵਾਰੀ ਮੇਰੇ ਨਾਲ ਦੇਖਿਆ ਹੈ, ਅਤੇ ਮੁੜ ਕੇ ਫਿਰ ਆ ਕੇ ਜ਼ਮੀਨ 'ਚ ਮੂੰਹ ਦੇ ਗਿਆ। ਜ਼ਮੀਨ 'ਚ ਮੂੰਹ ਦਿੱਤਾ ਵੀ ਹੁਣ ਮੈਨੂੰ ਛੱਡ ਦੇ, ਮਾਰ ਦੇਣਗੇ। ਉਹ ਮੇਰੇ ਕੋਲ ਬੈਠ ਕੇ ਉਹ ਸੱਜਣਾ ਅਖੇ ਬੋਲਿਆ ਨਹੀਂ ਹੈ। ਉਹ ਕਹਿੰਦਾ ਉਸ ਤੇਰੀ ਮਾਂ ਕੋਲ ਲੈ ਕੇ ਚੱਲਾਂ। ਜਦੋਂ ਕਿ ਮੈਂ ਮਾਂ ਦਾ ਨਾਂ ਲਿਆ ਅਤੇ ਰੋ ਪਿਆ, ਅਤੇ ਉਹਨੇ ਚੱਕ ਕੇ ਮੈਨੂੰ ਬਾਹਰ ਕੱਢ ਲਿਆ। ਬਾਹਰ ਕੱਢਿਆ ਤਾਂ ਮੂੰਹ ਮੇਰਾ ਐਡਾ ਹੋਇਆ ਪਿਆ ਸੁੱਜ ਕੇ। ਕਹਿਣ ਲੱਗੇ ਵੀ ਇਹ ਨਹੀਂ ਬਚਦਾ ਹੈ, ਇਹ ਮਰ ਜੂਗਾ, ਤੈਨੂੰ ਮਾਰ ਦਿਓ, ਇਹਦੇ ਪਿਓ ਨਾਲ ਦਫਨਾ ਦਿਓ। ਉਹ ਮੁੰਡਾ ਸਿੱਖਾਂ ਦਾ ਕਹਿਣ ਲੱਗਾ ਮੈਂ ਨਹੀਂ ਮਾਰ ਦਿੰਦਾ, ਇਹਦੀ ਮਾਂ ਪਿੰਡ ਦੇ ਵਿੱਚ ਹੁੰਦੀ ਹੈਗੀ ਆ, ਹੋਰ ਇਹਦਾ ਮੂੰਹ ਤਾਂ ਦੇਖ ਲੂਗੀ, ਜੇ ਬਚਦਾ ਤਾਂ ਨਹੀਂ ਮਰਦਾ ਜਾਊਗਾ, ਬਚਦਾ ਰਿਹਾ ਤਾਂ ਮੈਂ ਮਾਰ ਨਹੀਂ ਦਿੰਦਾ। ਉਹ ਕਹਿਣ ਲੱਗੇ ਵੀ ਤੂੰ ਆਖਣਗੇ ਸਿੱਖਾਂ ਜੇ ਸਿੱਖ ਟੱਕਰਗੇ ਅੱਗੇ ਵੀ ਮੁਸਲਮਾਨ ਨੂੰ ਚੱਕੀ ਜਾਂਦੇ ਹੋ ਅਤੇ ਸਾਨੂੰ ਮਾਰ ਕਹਿੰਦਾ ਤੁਸੀਂ ਨਾ ਚੁੱਕੇ ਮੈਂ ਚੱਕੂਗਾ, ਅਤੇ ਮੈਂ ਮਾਰ ਨਹੀਂ ਦਿੰਦਾ। ਮੇਰੇ ਪਿਓ ਤਾਂ ਉਸੇ ਦਫਨਾ ਹੈ, ਅਤੇ ਉਹਨੇ ਮੈਨੂੰ ਚੱਕ ਕੇ ਘਸਾੜਿਆ ਅਤੇ ਨਾਲ ਲੈ ਆਇਆ। ਅਸੀਂ ਚੱਕ ਤੋਂ ਕੋਈ 6-7 ਕਿੱਲੇ ਸੀਗੇ, ਉਹਨੇ ਲੈ ਕੇ ਮੈਨੂੰ ਘਰੇ ਪਾ ਦਿੱਤਾ। ਮੇਰੀ ਮਾਂ ਨੂੰ ਗਈ ਸੀ ਪਿੰਡ ਦੇ ਵਿੱਚ, ਜਿਉਂ ਲੱਗਿਆ ਕਾਟ ਪਾਲਣ, ਜਿਉਂ ਲੱਗਿਆ ਪਾਲ ਕੇ ਉਹਨੇ ਭਾਲ ਲਿਆ ਕੇ ਹੈਗੀ ਆ। ਉਹ ਕਹਿਣ ਲੱਗਿਆ ਕਿ ਮੁਰਦਾ ਦਿੱਤਾ ਮਾਰ ਤੇ ਮੁੰਡਾ ਪਿਆ ਸਕਦਾ ਜਾ, ਉਹਨੂੰ ਜਾ ਕੇ ਦੇਖ ਲਓ, ਉਹਦਾ ਮੂੰਹ ਦੇਖ ਲੈਂਦੀ ਅਤੇ ਬਚਦਾ ਹੈ ਨਹੀਂ। ਉਹ ਲੈ ਜਦੋਂ ਆਈ ਦੇਖਿਆ ਮੈਨੂੰ ਨਾ, ਅਤੇ ਉਹ ਕਹਿਣ ਲੱਗੀ ਔਖੀ ਗੱਲ ਆ, ਉਹਦਾ ਬਚਣਾ ਸੀ। ਇੱਕ ਸਿੱਖ ਲਿਆ ਕਹਿਣ ਲੱਗੀ ਕਿ ਕੱਲ੍ਹ 12 ਵਜੇ ਦੇ ਮਾਰਿਆ ਸੁਣਿਆ, ਅਤੇ ਸਾਨੂੰ ਮਾਂ ਤੇਲ ਦੇਵਾਂ ਨਾਲੇ ਆਟਾ ਦੇਵਾਂ, ਅਤੇ ਇਹਦਾ ਹਲਵਾ ਜਿਹਾ ਕਰਕੇ ਬੰਨ, ਪਾਣੀ ਪੂਣੀ ਮੇਰੇ ਲੰਘੇ ਨਾ, ਇਹਦੇ ਕੁਛ ਲੰਘਣ ਲੱਗ ਜਾਓ। ਉਹਦੇ ਨਾਲ ਗਈ, ਉਹਨੇ ਬੰਨਿਆ ਬਣਾਇਆ ਹਲਵਾ ਜਿਹਾ ਬੰਨਿਆ ਮੇਰੇ, ਅਤੇ ਕੁਛ ਬੜਾ ਨਾਲ ਪਾਣੀ ਸੇ ਪਾਣੀ ਲੰਘਣ ਲੱਗ ਗਿਆ। ਇੱਕ ਸਿੱਖਣੀ ਆਈ, ਉਹ ਕਹਿਣ ਲੱਗੀ ਚੱਲ ਕੇ ਮੈਨੂੰ 2 ਘੜੇ ਦੇ ਦੇ ਅਤੇ ਇੱਕ ਚਾਟੀ ਦੇ ਦੇ ਦੁੱਧ ਦੱਸਾ ਕਰ ਜਾਣੀ, ਅਤੇ ਤੈਨੂੰ ਇੱਥੇ ਛੱਡ ਦਿਓ। ਕਹਿਣ ਲੱਗੀ ਮੈਂ ਨਹੀਂ ਜਾਂਦੀ, ਤੂੰ ਆ ਕੁੰਜੀ ਲੈ ਲਾ, ਸੱਜਾਂ ਸੌ ਪਰੇ ਪੈ ਜਿੰਨੇ ਮਰਜ਼ੀ ਚੱਕ ਲੈ ਜਾ ਕੇ। ਉਹ ਕਹਿਣ ਲੱਗੀ ਤੂੰ ਨਾਲ ਜਾ, ਸਾਡੇ ਪਿੰਡ ਇੱਕ ਲੁਹਾਰੀ ਸੀਗੀ, ਉਹ ਮਾਰੀ ਸਾਡੇ ਪਿੰਡ ਇੱਕ, ਉਸਨੇ ਇੱਕ ਜ਼ਿਮੀਦਾਰ ਦੇ ਸਿੱਖ ਮੱਝ ਲਾ ਦਿੱਤੀ, ਇਹਨੇ ਵੀ ਇਹਨੂੰ ਮੈਂ ਮੱਝ ਦਿੱਤੀ ਹੈ, ਉਹਨੇ ਦੁੱਖ ਦੇ ਵਿੱਚ ਆ ਕੇ ਮਾਰ ਦਿੱਤੀ ਵੀ ਮੱਝ ਮੈਨੂੰ ਦਿੱਤੀ ਨਾ ਲਈ ਨਾ, ਅਤੇ ਮੇਰੇ ਸਿਰੇ ਮੇ ਲਾਉਂਦੀ ਹੈ। ਉਹ ਕਹਿੰਦੇ ਕਿ ਮੇਰੇ ਨਾਲ ਉਹਦੇ ਹਾਲ ਹੋ ਗਈ, ਕਹਿੰਦੀ ਇੱਕ ਨੱਸ ਮਾਰੀ, ਕਹਿੰਦੀ ਮੇਰੇ ਜਿਉਂਦੀ ਤੋਂ ਇੱਥੋਂ ਗਈ ਤੁਹਾਨੂੰ ਇੱਥੇ ਛੱਡ ਕੇ ਜਾਊਂਗੀ, ਮੇਰੇ ਨਾਲ ਚੱਲ। ਨਾਲ ਗਈ, ਜਾ ਕੇ ਅਤੇ ਜਿੰਦਾ ਖੋਲ੍ਹਿਆ, ਖੋਲ੍ਹ ਕੇ ਜਿੰਦਾ ਰੱਖਿਆ ਅਤੇ ਪਿੰਡ ਸਾਰਾ ਲੁੱਟ ਕੇ ਨਾ ਸਾਡੇ ਘਰ ਨੂੰ ਟੁਰ ਜਾਂਦਾ। ਇੱਕ ਜਿੰਦਾ ਨੇ ਚੱਕਾ ਚੱਕ ਕੇ ਗਿੱਜੇ 'ਚ ਪਾ ਲਿਆ, ਉਹਨੇ ਆਏ ਹੱਥ ਲਾ ਲਏ ਬਾਹਰ ਦੇ ਵਿੱਚ। ਕਹਿਣ ਲੱਗੇ ਵੀ ਜਿਹੜੇ ਬੁੜੀਆਂ ਨਾਲ ਨਾ ਉਹਨਾਂ ਚਿਰ ਅੰਦਰ ਨਾ ਬੜੋ ਕੋਈ, ਕੌਣ ਹਟਦਾ, ਕੋਈ ਹਰਦੀ ਲੰਘ ਗਿਆ, ਕੋਈ ਉੱਤੋਂ ਦੀ ਲੰਘ ਗਿਆ, ਕਿਉਂ ਹਟਦੇ ਰਹੀਏ। ਲੈ ਜੀ ਮੇਰੀ ਮਾਂ ਤੋਂ ਘੜੇ ਲੈ, ਇੱਕ ਚਾਟੀ ਲਈ ਲੈ ਕੇ ਉਸ ਨੂੰ ਬਾਹਰ ਕੱਢ ਲਿਆ, ਕਹਿੰਦੀ ਆ ਲੁੱਟ ਲੈਣ ਦੇ ਇਹਨਾਂ ਨੂੰ, ਜੇ ਤੁਹਾਡੀ ਕਿਸਮਤ ਜਿਉਂਦੇ ਰਹਿ ਗਏ ਸਾਰਾ ਕੁਛ ਮਿਲ ਜੂ, ਨਹੀਂ ਲੁੱਟ ਲੈਣ ਦੇ, ਥੋੜ੍ਹੀ ਜਿਹੀ ਜ਼ਿਆਦਾ ਨਹੀਂ ਬਚ ਗਿਆ, ਤੁਸੀਂ ਮਾਰ ਕੀ ਕਰਨਾ। ਲੈ ਜੀ ਆ ਗਈ, ਉਹਨੂੰ ਕਹਿੰਦੀ ਚਾਰ ਉਹ ਉੱਥੇ ਛੱਡ ਕੇ ਨਾ, ਅਤੇ ਮੇਰੀ ਮਾਂ ਇਸੇ ਮੈਨੂੰ ਟੋਕਰੇ ਦੇ ਵਿੱਚ ਪਾ ਲਿਆ, ਲੀਲਾ ਵਿਛਾ ਲਿਆ, ਟੋਕਰੇ 'ਚ ਪਾ ਲਿਆ ਵੀ ਜਿੱਥੇ ਦੇ ਚੱਕਿਆ ਗਿਆ ਨਾ ਉਸ 'ਤੇ ਮੈਂ ਚੱਕੀ ਜਾਊਂਗੀ, ਅਤੇ ਜਿੱਥੇ ਨਾ ਚੱਕਿਆ ਗਿਆ ਉਸ ਆਖੂਗੀ ਵੀ ਗਾਂ ਲਿਆ ਕੇ ਮੈਨੂੰ ਮਾਰੋਗਾ, ਇੱਥੇ ਮਾਰ ਦਿਓ, ਮੈਂ ਇੱਥੇ ਨਹੀਂ ਚੱਕਿਆ ਜਾਂਦਾ। ਇੱਕ ਮੇਰੀ ਭੈਣ ਸੀਗੀ, ਉਹ ਇੱਧਰ ਆ ਕੇ ਮਰੀ ਹੈ, ਉਹ ਐਂ ਕੋਲ ਬੈਠੀ, ਉਹ ਘਰ ਸਿੱਖ ਲਈ, ਕਹਿਣ ਲੱਗੀ ਨਾ ਪੁੱਤ ਅੰਦਰ ਵੜ ਜਾ, ਜੇ ਤੇਰੀ ਮਾਂ ਵਗ ਗਈ ਨਾ ਤਾਂ ਤੈਨੂੰ ਵੀ ਨਾਲ ਭੇਜ ਦੇਵਾਂਗੇ, ਅਤੇ ਜੇ ਤੇਰੀ ਮਾਂ ਨਾ ਗਈ ਨਾ ਤਾਂ ਤੂੰ ਵੀ ਵਗ ਜਾਵੇਗੀ, ਅੰਦਰ ਵੜ ਜਾ। ਉਹ ਅੰਦਰ ਵੜ ਗਈ, ਅਤੇ ਮੈਂ ਪਿਆ ਉੱਥੇ। ਮੇਰੀ ਮਾਂ ਜਦੋਂ ਆਈ ਸੀ, ਮੇਰੀ ਮਾਂ ਸਾਰੇ ਮੁਸਲਮਾਨ ਕੱਢ ਕੇ ਬਾਹਰ ਖੜਾਵੇ, ਸਾਰਾ ਪਿੰਡ ਇਕੱਠਾ ਹੋਇਆ ਪਿਆ, ਬਾਜਾ ਮਾਰੀ ਜਾਵੇ, ਕੋਈ ਮੈਨੂੰ ਮੁੰਡੇ ਨੂੰ ਚੁਕਾ ਕੇ ਲੈ ਚਲੋ, ਮੁੰਡੇ ਨੂੰ ਚੁਕਾ ਕੇ ਲੈ ਚਲੋ, ਕੌਣ ਸੁਣਦਾ ਉੱਥੇ। ਜੋ ਜਿਹੜਾ ਘਰ ਆਇਆ ਜ਼ਿਮੀਦਾਰ ਸੀ ਉਹ ਰੋਈ ਜਾਂਦਾ ਖੜਾ ਵੀ ਇਹਦਾ ਮੁੰਡਾ 15 ਸਾਲਾਂ ਦਾ ਨਾ ਚੱਕਿਆ, ਇਹਦਾ ਨਾ ਛੱਡਿਆ ਜਾਂਦਾ, ਦੇਖੋ ਰੱਬ ਨੇ ਕੀ ਮੁਸੀਬਤ ਪਾਈ ਹੈ। ਇੱਕ ਸਿੱਖ ਆਇਆ, ਉਹਦੇ ਕੋਲ ਬਾਦਸ਼ਾਹ ਹੋਵੇ, ਉਹ ਕਹਿਣ ਲੱਗਿਆ ਵੀ ਇਹ ਬੁੜੀ ਨਹੀਂ ਜਾਂਦੀ, ਉਹ ਕਹਿਣ ਲੱਗਿਆ ਵੀ ਇਹਦਾ ਪੁੱਤਰ 15 ਸਾਲਾਂ ਦਾ ਨਾ ਚੱਕਿਆ ਜਾਂਦਾ, ਨਾ ਛੱਡਿਆ ਜਾਂਦਾ, ਇਹ ਮਰ ਗਿਆ ਤਾਂ ਬਾਹਰ ਸੱਟਿਆ ਮਗਰ, ਅਤੇ ਮੈਂ ਕਹਿੰਦਾ ਜਾ ਜਦੋਂ ਮਰਜ਼ੀ ਹੈ, ਅਤੇ ਇਹ ਨਹੀਂ ਜਾ ਸਕਦੀ ਆਪਣਾ ਚੱਲ। ਉਹ ਕਹਿੰਦਾ ਇਹਨੂੰ ਸੋਧ ਲਿਆ, ਆਪਾਂ ਤਾਂ ਕਹਿੰਦੇ ਨਾ ਮਾਰ ਦਿੰਦੇ, ਉਹ ਕਹਿੰਦਾ ਸੋਧ ਲਿਆ ਬਾਹਰ, ਜਦੋਂ ਚੱਕ ਲਿਆ ਉਹ ਤੁਹਾਡੇ ਜਮਾਈ ਨੂੰ ਕਿਹਾ ਸੀ ਮੈਨੂੰ ਲੈ ਕੇ ਲਿਓ, ਇਹਦੀਆਂ ਅੱਖਾਂ ਦੇ ਸਾਹਮਣੇ ਲੈ ਕੇ ਮਾਰਦਾ, ਖੜ ਤੇਰੀ ਭੈਣ ਨੂੰ। ਉਹਨੂੰ ਗਾਲਾਂ ਕੱਢਣ ਲੱਗ ਗਿਆ, ਜਦੋਂ ਗਲਾਸਾ ਲੈ ਕੇ ਉਹਦੇ ਮਗਰ ਪੈ ਗਿਆ, ਉਹ ਭੱਜ ਗਿਆ, ਭੱਜਿਆ ਗਿਆ ਅਤੇ ਚੜ ਗਏ। ਉਹ ਦੂਸਰੇ ਨੂੰ ਸਾਰਿਆਂ ਨੂੰ ਲੈ ਗਏ, ਅਤੇ ਇਸ ਤਰ੍ਹਾਂ ਬੈਠੀ ਰਹਿ ਗਈ, ਮੇਰੀ ਮਾਂ ਨਾ ਗਈ, ਅਤੇ ਦੂਸਰਿਆਂ ਨੂੰ ਸਾਰਿਆਂ ਨੂੰ ਬਠਿੰਡੇ ਲੈ ਗਏ। ਬਠਿੰਡੇ ਲਿਆ ਕੇ ਜੋ ਉਸੇ ਛੱਤ 'ਤੇ ਲੈ ਲਓ, ਅਤੇ ਸਾਨੂੰ ਕੋਲ ਉੱਥੇ ਸਾਰਾ ਖਸਮ ਕੱਟ ਕੇ ਮਾਰਤੇ।
ਬਠਿੰਡੇ ਜਾ ਕੇ ਬਠਿੰਡੇ ਜਾ ਕੇ ਉੱਥੇ ਮਾਰਤੇ ਸਾਰੇ। ਜੇ ਸਾਡੇ ਉੱਥੋਂ ਉਹ ਰਾਤ ਲੰਘ ਜਾਂਦੀ ਨਾ ਅਸੀਂ ਸਾਰੇ ਬਚੇ ਸੀ। ਦੂਸਰੇ ਦਿਨ ਕਹਿਣ ਲੱਗੇ ਜਿਹਨੇ ਇੱਕ ਮੁਸਲਮਾਨ ਦਾ ਬੱਚਾ ਬਾਹਰ ਦਿੱਤਾ ਨਾ ਉਦੋਂ 2 ਖੂਨ ਲੈ ਜਾਣੇ। ਫਿਰ ਸਾਰੇ ਬਚ ਗਏ ਸੀਗੇ ਅਸੀਂ। ਨਹੀਂ, ਤੁਸੀਂ ਵੀ ਬਠਿੰਡੇ ਗਏ ਸੀ ਨਹੀਂ ਮੈਂ ਨਹੀਂ ਗਿਆ, ਫਿਰ ਮੈਂ ਤਾਂ ਉੱਥੇ ਰਹਿਣਾ, ਫਿਰ ਮੈਨੂੰ ਜਾਣ ਹੀ ਨਾ ਦਿੱਤਾ ਹੈ। ਅੱਛਾ ਅੱਛਾ। ਹਾਂ ਉਹ ਸਿੱਖ ਨੇ ਫਿਰ ਰੱਖ ਲਿਆ ਘਰ ਵਾਲੇ ਨੇ ਮੈਨੂੰ। ਕਹਿਣ ਲੱਗਾ ਵੀ ਇਸ 15 ਸਾਲਾਂ ਨਾਲ ਚੱਕੇ ਨਾਲ ਚੱਲਿਆ ਜਾਂਦਾ ਤੇ ਨਹੀਂ ਜਾ ਸਕਦੀ। ਉਹ ਸਿੱਖ ਦਾ ਕੀ ਨਾਂ ਸੀ ਤੁਹਾਨੂੰ ਯਾਦ, ਜਿਹਨੇ ਤੁਹਾਡੀ ਜਾਨ ਬਚਾਈ? ਉਹਦਾ ਨਾਮ ਮੇਰੇ ਯਾਦ ਤਾਂ ਸੀ, ਉਹਨੂੰ ਅਸੀਂ ਤਾਇਆ ਕਹਿੰਦੇ ਹੁੰਦੇ ਸੀਗੇ। ਅੱਛਾ। ਤੇ ਉਹਦਾ ਨਾਂ ਸੀ ਤਾਂ ਅਸੀਂ ਕੁਛ ਹੁਣ ਮੇਰੇ ਯਾਦ ਨਹੀਂ ਆਉਂਦਾ ਹੈ। ਅੱਛਾ, ਫਿਰ ਤੁਸੀਂ ਉੱਥੇ ਤੇ ਬਚ ਕੇ ਉੱਥੇ ਤੱਕ ਆਏ, ਅੱਗੇ ਪਾਕਿਸਤਾਨ 'ਚ ਫਿਰ ਕਿਵੇਂ ਆਏ? ਪਾਕਿਸਤਾਨ ਦੇ ਵਿੱਚ ਫਿਰ ਅਮਨ ਹੋ ਗਿਆ ਨਾ, ਫਿਰ ਅਸੀਂ ਉਸ ਤਰ੍ਹਾਂ ਅਮਨ ਨਾਲ ਰਹੇ ਹਾਂ। ਫਿਰ ਸਾਨੂੰ ਕਿਸੇ ਨੇ ਕੁਛ ਨਹੀਂ ਕਿਹਾ। ਉਸੇ ਪਿੰਡ ਦੇ ਵਿੱਚ? ਕਿਸੇ ਪਿੰਡ ਦੇ ਵਿੱਚ ਕਿਸੇ ਨੇ ਵੀ ਕੁਛ ਨਹੀਂ ਕਿਹਾ। ਫਿਰ ਅਸੀਂ 2 ਸਾਲ ਰਹੇ ਉੱਧਰੋਂ। ਫਿਰ ਮੇਰੇ ਨਾਨਕੀ ਰਹਿ ਕੇ ਆਇਆ ਮੈਂ ਤਲਵੰਡੀ ਸੀ ਸਾਬੋ ਕੀ, ਉੱਥੇ ਰਹਿ ਕੇ ਆਇਆ ਮੈਂ ਥੋੜ੍ਹਾ ਚਿਰ। ਅਤੇ ਫਿਰ ਅਸੀਂ ਆ ਗਏ, ਮੇਰੀ ਭੂਆ ਵਿਆਹੀ ਸੀ ਡੂਮ ਵਾਲੀ ਜ਼ਾਬਾ ਵਾਲੀ ਕੋਲੇ, ਉੱਥੇ ਆ ਗਏ। ਫਿਰੋਜ਼ਪੁਰ ਦੇ ਕੋਲ ਲਿਖਣਾ ਸਿਪਾਹੀ ਆ ਗਿਆ, ਕਾਫਲਾ ਬਣਾਇਆ ਸੀਗਾ। ਇੱਧਰ ਵੀ ਸਿੱਖਾਂ ਦਾ ਕਾਫਲਾ ਬਣਾਇਆ ਸੀ, ਉੱਧਰ ਵੀ ਬਣਾਇਆ ਸਾਡਾ ਕਾਫਲਾ। ਅਤੇ ਕਹਿਣ ਲੱਗੇ ਵੀ ਜੇ ਤਾਂ ਸਾਡਾ ਕਾਫਲਾ ਬਣਾ ਗਿਆ ਤਾਂ ਅਸੀਂ ਵੀ ਆਪਾਂ ਨੂੰ ਭੇਜ ਦਾਂਗੇ, ਜੇ ਸਾਡਾ ਕਾਫਲਾ ਬਾਹਰ ਤਾਂ ਅਸੀਂ ਵੀ ਮਾਰ ਦਾਂਗੇ ਇਹਨਾਂ ਨੂੰ। ਫਿਰ ਉਹ ਕਾਫਲਾ ਸਿੱਖਾਂ ਦਾ ਬਣਾ ਚਲਿਆ ਗਿਆ ਅਤੇ ਆਪਣਾ ਅਸੀਂ ਆ ਗਏ। ਉਹ ਡੂਮ ਵਾਲੀ ਸੀਗੇ ਅਸੀਂ, ਅਤੇ ਉੱਥੇ ਸਿਪਾਹੀ ਆਇਆ ਲਿਖਣ ਸਾਨੂੰ। ਅਤੇ ਉੱਥੋਂ ਦਾ ਸਰਦਾਰ ਸੀ ਜਿਹੜਾ, ਉਹਦਾ ਨਾਂ ਸੀ ਜੱਗ ਸਿੰਘ। ਉਹਦਾ ਬੜਾ ਜ਼ੋਰ ਸੀਗਾ। ਉਹਨੇ ਸਾਰੇ ਮੁਸਲਮਾਨ ਸੀ ਜਿਹੜੇ ਪਿੰਡ ਦੇ ਬਚਾਏ ਸੀਗੇ ਮਰਜ਼ੀ ਤੇ। ਜਿਹੜਾ ਕੋਈ ਆਉਂਦਾ ਸੀ ਨਾ ਉਹਨੂੰ ਕਹਿੰਦਾ ਚੱਕ ਤੋਂ ਬਾਹਰ ਹੋ ਜਾਓ, ਨਿਕਲੋ ਮੇਰੇ ਚੱਕ ਤੋਂ। ਮੈਂ ਆਪ ਬਾਤ ਬਚਾਏਂਗੇ, ਮੈਂ ਇਹਨੂੰ ਤਕਲੀਫ ਨਹੀਂ ਹੋਣ ਦਾ, ਮੈਂ ਆਪ ਛੱਡ ਕੇ ਆਊਗਾ ਪਾਕਿਸਤਾਨ ਦੇ ਵਿੱਚ, ਮੈਂ ਨਹੀਂ ਕਿਸੇ ਦੀ ਮਿਲਦਾ। ਅਤੇ ਉਹਨੇ ਪੈਸੇ ਰੱਖ ਲਏ ਸੀ, ਰੱਖੇ। ਅਤੇ ਜਦੋਂ ਕਾਫਲਾ ਲੰਘਣ ਲੱਗਿਆ ਉਹਨਾਂ 'ਚੋਂ ਸਾਰੇ ਬੁਲਾ ਲਏ। ਉਹ ਫਿਰ ਜਾਵੇ ਮੰਡੀ ਦੇ ਵਿੱਚ, ਮੰਡੀ ਹੋਵੇ ਉੱਥੋਂ ਮੀਲ 'ਤੇ ਸਾਰੇ ਬੁਲਾ ਲਿਆ ਕਿ ਚਲੋ ਵੀ ਕਾਫਲੇਦਾਰ ਨਾਲ। ਉਹਦਾ ਮੁੰਡਾ ਸੀ ਘਰੇ, ਉਹ ਜਿਉਂ ਭੱਜਦਾ ਜਾ ਕੇ ਆਪਣੇ ਪਿਓ ਨੂੰ ਭਾਲਿਆ। ਆਪਦੇ ਪਿਓ ਨੂੰ ਕਹਿਣ ਲੱਗਿਆ ਅੱਬਾ ਸਿਪਾਹੀ ਆ ਬੈਠੇ ਜੇ ਮੁਸਲਮਾਨਾਂ ਨੂੰ ਸਾਰਿਆਂ ਨੂੰ ਲਈ ਜਾਂਦੇ ਦੇਣਗੇ। ਉਹ ਜਿਉਂ ਭੱਜਦਾ ਉੱਥੋਂ ਆਇਆ, ਆ ਕੇ ਦੇਖਿਆ ਤੇ ਇਕੱਠੇ ਕਰੀ ਬੈਠੇ ਸੀਗੇ ਮੁਸਲਮਾਨਾਂ ਨੂੰ। ਆ ਕੇ ਕਹਿਣ ਲੱਗਿਆ ਕਿ ਬੈਠੇ ਹੋ, ਚਲੋ ਘਰ ਨੂੰ ਕਾ ਕੇ ਜਾਓ, ਕੋਈ ਜ਼ਰੂਰਤ ਨਹੀਂ ਤੁਹਾਡੇ ਸੇ ਬੈਠਣ ਦੀ, ਚਲੋ ਭੱਜ ਜਾ, ਉੱਠ ਜਾ। ਕਹਿਣ ਲੱਗਿਆ ਕਿਉਂ ਜੀ ਕਾਫਲੇਦਾਰ ਹੋ? ਕਹਿੰਦਾ ਚੱਲ ਭੱਜ ਜਾ, ਮੈਂ ਵਿਚਾਰੇ ਲਗੇ ਜੇ ਮੈਂ ਆਪ ਛੱਡ ਕੇ ਆਊਂਗਾ ਪਾਕਿਸਤਾਨ 'ਚ, ਮੈਂ ਨਹੀਂ ਕਾਫਲੇਦਾਰ ਤੋੜਦਾ, ਮਾਰ ਦੇਣ ਗਰੀਬ ਭੁੱਖੇ ਜਾਏ, ਮੈਂ ਨਹੀਂ ਜਾਣ ਦਿੰਦਾ। ਉਹਨੇ ਜਾਣ ਨਹੀਂ ਦਿੱਤਾ। ਫਿਰ ਅਸੀਂ ਅਮਨ ਨਾਲ 2 ਸਾਲ ਮਗਰੋਂ ਨਾ ਅਸੀਂ, ਮੇਰਾ ਤਾਇਆ ਦਾ ਪੁੱਤ ਸੀਗਾ ਇੱਕ, ਉਹ ਹਿੰਦੁਸਤਾਨ ਦੇ ਵਿੱਚੋਂ ਇੱਧਰ ਨੂੰ ਆਉਣ ਲੱਗਿਆ, ਉਹ ਬਚ ਗਿਆ। ਉਹ ਫਿਰ ਮੁੜ ਕੇ ਉੱਧਰ ਗਿਆ, ਉਹ ਮੁੜ ਕੇ ਗਿਆ। ਫਿਰ ਉਹਦੇ ਨਾਲ ਅਸੀਂ ਇੱਧਰ ਆਏ ਹਾਂ ਪਾਕਿਸਤਾਨ ਦੇ ਵਿੱਚ। ਉਹ ਲੈ ਕੇ ਆ ਮੇਰੇ ਤਾਇਆ ਦਾ ਪੁੱਤ। ਉਹ ਮੁੜ ਕੇ ਫਿਰ ਉੱਧਰ ਹਿੰਦੁਸਤਾਨ 'ਚ ਫਿਰ ਭਾਗ ਗਿਆ। ਉਹ ਉੱਧਰ ਹੀ ਮਰ ਗਿਆ ਫਿਰ ਜਾ ਕੇ ਵਿਚਾਰਾ। ਹੁਣ ਤੁਹਾਡੇ ਉੱਥੇ ਪਿੱਛੇ ਵੀ ਕੋਈ ਹਿੰਦੁਸਤਾਨ 'ਚ ਰਹਿੰਦੇ ਨੇ? ਕੋਈ ਸਾਡੇ ਹਿੰਦੁਸਤਾਨ ਦੇ ਵਿੱਚ ਸ਼ਰੀਕਾ ਰਹਿੰਦਾ ਹੈਗਾ, ਹੋਰ ਸਾਡਾ ਕੋਈ ਨਹੀਂ ਆ। ਤੁਸੀਂ ਫਿਰ ਕਦੀ ਉਹਨਾਂ ਨੂੰ ਮਿਲਣ ਵਾਸਤੇ? ਸਾਡਾ ਪਿੰਡ ਚਨਾਸ ਵਾਲਾ, ਉੱਥੇ ਰਹਿੰਦੇ ਮੇਰੇ ਚਾਚੇ ਦੇ ਮੁੰਡੇ। ਉਹ ਪਿੰਡ ਹੈ, ਉਹ ਕਿਹੜਾ ਜ਼ਿਲ੍ਹਾ ਕਿਹੜਾ ਹੈ? ਹਾਂ ਜ਼ਿਲ੍ਹਾ ਕਿਹੜਾ? ਉਹ ਰਿਆਸਤ ਪਟਿਆਲੇ ਆ ਉਹ ਵੀ। ਅੱਛਾ ਰਿਆਸਤ। ਹਾਂ ਉਹ ਵੀ ਰਿਆਸਤ ਪਟਿਆਲੇ। ਉੱਥੇ ਰਹਿੰਦੇ ਇੱਕ ਦਾ ਨਾਂ ਟੋਡਾ ਸੀ, ਇੱਕ ਦਾ ਨਾਂ ਜਾਨੀ ਸੀ, ਇੱਕ ਦਾ ਨਾਂ ਰਹਿਮਦੀਨ ਸੀ। ਔਰ ਰਹਿਮਦੀਨ ਮੇਰਾ ਭਰਾ ਸੀ, ਜਾਨੀ ਮੇਰਾ ਭਰਾ ਸੀ। ਜਿਹੜਾ ਟੋਡਾ ਸੀ ਉਹ ਮੇਰਾ ਭਤੀਜਾ ਸੀਗਾ। ਉਹ ਇੱਧਰ ਆ ਕੇ ਵੀ ਮੈਨੂੰ ਮਿਲ ਕੇ ਗਏ। ਹਾਂ। ਅੱਛਾ, ਜਿਹੜੇ ਪਿੰਡ ਦੇ ਵਿੱਚ ਬੰਦਾ ਜੰਮਦਾ ਪਲਦਾ, ਹਾਂ, ਉਸ ਜਗ੍ਹਾ ਤੋਂ ਬੰਦਾ ਹੁਣ ਦੂਸਰੀ ਜਗ੍ਹਾ ਤੇ ਮੁੰਤਕਿਲ ਹੁੰਦਾ, ਜਿਵੇਂ ਤੁਸੀਂ ਪਾਕਿਸਤਾਨ 'ਚ ਆ ਗਏ। ਹਾਂ। ਹੁਣ ਅਗਰ ਤੁਹਾਨੂੰ ਉੱਥੇ ਜਾਣ ਦਾ ਮੌਕਾ ਮਿਲੇ, ਤੁਸੀਂ ਉਹ ਜਗ੍ਹਾ ਦੀ ਸ਼ਨਾਖਤ ਕਰ ਲੋਗੇ, ਆਪਣੇ ਪਿੰਡ ਦੀ ਸ਼ਨਾਖਤ ਕਰ ਲੋਗੇ? ਸਾਰਾ ਕੁਝ ਦੇਖ ਲੂਗਾ ਮੈਂ ਜਾ ਕੇ। ਮੈਂ ਦੱਸ ਵਿਆਹ ਸਾਡੇ ਘਰ ਆ, ਸਾਡਾ ਪਿੰਡ ਹੈ, ਆਹ ਸਾਡੀ ਜ਼ਮੀਨ ਹੈ, ਇੱਥੇ ਅਸੀਂ ਮਾਲ ਚਾਰਦੇ ਹੁੰਦੇ ਸੀਗੇ। ਜਿਹੜਾ ਕੋਈ ਬੰਦਾ ਮੇਰਾ ਸਿਆਣੂ ਹੋਇਆ ਉਹ ਮੈਨੂੰ ਦੱਸ ਦੇਣਗੇ। ਹੁਣ ਸਿਆਣ ਤਾਂ ਹੋਣੀ ਨਹੀਂ ਹੈਗੀ, ਪੁੱਛ ਦੱਸ ਕੇ ਪਤਾ ਲੱਗੂਗਾ। ਫਿਰ ਮੈਂ ਦੱਸ ਦੂੰ ਹਾਂ ਠੀਕ ਹੈ ਵੀ ਮੈਂ ਤੈਨੂੰ ਜਾਣਦਾ, ਤੂੰ ਮੈਨੂੰ ਜਾਣਦਾ, ਫਿਰ ਪਤਾ ਲੱਗ ਜਾਊਗਾ। ਅੱਛਾ, ਤੁਹਾਨੂੰ ਉਸ ਪਿੰਡ ਦੀ ਜਿਹੜੇ ਤੁਸੀਂ ਰਹਿੰਦੇ ਸੀ ਕਿੰਨੀ ਕੁ ਯਾਦ ਆਉਂਦੀ? ਬੜੀ ਮੈਂ ਰੋਜ਼ ਹਮੇਸ਼ਾ ਯਾਦ ਆਉਂਦੀ ਹੈ ਮਾਨ ਨਾਲ, ਰੋਜ਼ ਯਾਦ ਕਰਕੇ ਪੈਂਦਾ ਹੈ। ਇੱਧਰ ਮੈਂ ਬਥੇਰਾ ਜ਼ੋਰ ਲਾਇਆ ਵੀ ਵੀਜ਼ਾ ਬਣ ਜਾਵੇ, ਵੀਜ਼ਾ ਪਾਸਪੋਰਟ ਮਿਲ ਜਾਂਦਾ ਕਿ ਵੀਜ਼ਾ ਨਹੀਂ ਲਾ ਕੇ ਦਿੰਦੇ ਹਨ। ਜੇ ਵੀਜ਼ਾ ਲਾ ਕੇ ਦੇਣ ਤਾਂ ਮੈਂ ਉੱਧਰ ਹਿੰਦੁਸਤਾਨ ਨੂੰ ਜਾਇਆ ਹੁੰਦਾ। ਯਾਨੀ ਤੁਹਾਡਾ ਸ਼ੌਕ ਹੈ ਅਗਰ ਤੁਹਾਨੂੰ ਵੀਜ਼ਾ ਮਿਲੇ ਤੁਸੀਂ ਹਿੰਦੁਸਤਾਨ ਦਾ ਜਿਹੜਾ ਵਿਜ਼ਿਟ ਕਰੋਗੇ? ਹਾਂ ਮੈਂ ਜਾਇਆ ਹੋਊਗਾ। ਉੱਥੇ ਕਿਹਦੇ ਕੋਲ ਜਾਓਗੇ? ਤੁਹਾਡੇ ਰਿਸ਼ਤੇਦਾਰ ਤੁਸੀਂ ਦੱਸੇ ਨੇ, ਉਸ ਤੋਂ ਇਲਾਵਾ ਕੋਈ ਦੋਸਤ ਬੇਲੀ ਕਿਹਦੇ ਕੋਲ ਜਾਓਗੇ? ਹੁਣ ਤਾਂ ਉੱਥੇ ਹੋਣੇ ਨਹੀਂ। ਜਿਹੜਾ ਮੈਨੂੰ ਖੇਤੋਂ ਚੱਕ ਕੇ ਲਿਆ ਸੀ ਨਾ ਮਾਰੇ ਪੈ ਨੂੰ, ਮੈਂ ਉਹਦੇ ਕੋਲੇ ਜਾਊਂਗਾ। ਉਹਦਾ ਤੁਹਾਨੂੰ ਨਾਂ ਹੀ ਨਹੀਂ ਯਾਦ ਇਸ ਵਕਤ? ਗੁਰਨਾਮ ਸੀ ਉਹਦਾ ਨਾਂ, ਗੁਰਨਾਮ ਸੀ ਉਹਦਾ ਨਾਂ। ਉਹ ਲਿਆ ਸੀ ਮੈਨੂੰ ਚੱਕ ਕੇ, ਸਿੱਖ ਸੀਗਾ ਉਹ, ਖਾਸ ਡੇਰਿਆ। ਉਹਦੇ ਨਾਲ ਕੀ ਤਲਕ ਸੀਗਾ ਤੁਹਾਡੀ, ਉਹਨੇ ਜਾਨ ਬਚਾਈ? ਉਹ ਅਸੀਂ ਬਾਹਰ ਦੇ ਘਰ ਸੀ, ਸਾਡੇ ਭਾਂਡੇ ਘਰ ਵਾਲੇ ਉਹ ਆਏ ਸੀਗੇ ਸਾਡੇ ਘਰ 'ਚ। ਉਹਦਾ ਘਰ ਆਏ ਸੀ ਨਾਲ, ਕੋਲ ਹੀ ਸੀਗੇ। ਉਹ ਸਾਡੇ ਕੋਲ ਬਹਿੰਦਾ ਉੱਠਦਾ ਸੀਗਾ, ਬੜੀ ਦੋਸਤੀ ਸੀ ਉਹਦੇ ਨਾਲ ਸਾਡੀ।
ਅੱਛਾ, ਉਸ ਦੋਸਤੀ ਦੀ ਬੁਨਿਆਦ ਤੇ ਤੁਹਾਡੀ ਜਾਨ ਬਚਾਈ। ਹਾਂ ਸਭ ਦੋਸਤੀ ਦੀ ਜਾਨ ਕਰਕੇ ਤੇ ਫਿਰ ਮੇਰੀ ਜਾਨ ਬਚਾਈ ਨਾ ਉਸਨੇ। ਮੇਰੇ ਪਿਓ ਨੂੰ ਤਾਇਆ ਕਹਿੰਦਾ ਹੁੰਦਾ ਸੀਗਾ। ਅੱਛਾ, ਨਾ ਜ਼ਰਾ ਰਿਪੀਟ ਦੁਬਾਰਾ ਕਰ ਦੇਣਾ, ਕਿਉਂਕਿ ਸਾਡੇ ਹਿੰਦੁਸਤਾਨ ਦੇ ਜਿਹੜੇ ਦੋਸਤ ਦੇਖਦੇ ਨੇ ਨਾ, ਉਹ ਹੋ ਸਕਦਾ ਉਸ ਬੰਦੇ ਦਾ ਕੋਈ ਰਿਸ਼ਤੇਦਾਰ, ਕੋਈ ਦੋਸਤ ਜਾਂ ਖੁਦ ਤੁਹਾਡੀ ਇਸ ਵੀਡੀਓ ਨੂੰ ਦੇਖ ਕੇ ਤੁਹਾਡੇ ਨਾਲ ਰਾਬਤਾ ਕਰਨਾ ਚਾਹਵੇ। ਹੁਣ ਔਖੀ ਗੱਲ ਆ, ਮੈਨੂੰ ਹੁਣ ਇੰਨਾ ਚੇਤਾ ਨਹੀਂ ਆ। ਨਹੀਂ, ਉਹ ਬੰਦੇ ਦਾ ਨਾਂ ਜਿਹਨੇ ਤੁਹਾਡੀ ਜਾਨ ਬਚਾਈ ਸੀ। ਹਾਂ ਗੁਰਨਾਮ ਉਹਦਾ ਨਾਂ। ਗਰਦਾਮ? ਗੁਰਨਾਮ ਉਹਦਾ ਕੋਈ ਭਾਈ, ਵਾਲਦ, ਦੋ ਚਾਚਾ ਭਰਾ ਤਾਇਆ? ਸੀਗੇ, ਉਹਦਾ ਨਾਂ ਗੁਰਬਖਸ਼ ਸਿੰਘ ਸੀ, ਉਹਦੇ ਪਿੰਡ ਦਾ ਭਰਾ ਦਾ ਨਾਂ। ਉਹ ਵੱਡਾ ਸੀ ਗੁਰਬਖਸ਼ ਸਿੰਘ, ਗੁਰਨਾਮ ਛੋਟਾ ਸੀ। ਉਹਦੇ ਪਿਓ ਦਾ ਨਾਂ ਹਰਾ ਸਿੰਘ ਸੀਗਾ। ਉਹਦੀ ਮਾਂ ਦਾ ਨਾਂ ਕਿਸਰ ਕੌਰ ਸੀਗਾ। ਮੈਂ ਸਾਰੇ ਜਾਣਦਾ ਹੈਗਾ। ਅੱਛਾ ਹਾਂ ਜੀ। ਅੱਛਾ, ਹੋਰ ਉੱਥੇ ਹਿੰਦੁਸਤਾਨ ਦੇ ਕੋਈ ਦੋਸਤ ਯਾਦ ਹੋਣ ਕੋਈ? ਨਾ ਹੋਰ ਬਸ ਬਥੇਰੇ ਸੀਗੇ, ਹੋਰ ਸਾਰਾ ਨਾਮ ਭੁੱਲ ਗਿਆ ਮੈਂ ਹੁਣ। ਖਿਆਲ ਹੀ ਨਾ, ਬਹੁਤ ਚਿਰ ਹੋ ਗਿਆ ਹੁਣ। ਅੱਛਾ, ਮਾਸ਼ਾਅੱਲਾ ਤੁਸੀਂ ਦੱਸਿਆ ਤੁਹਾਡੀ ਉਸ ਵੇਲੇ ਉਮਰ 15 ਸਾਲ ਸੀ। ਹਾਂ 15 ਇਹ ਸਾਲ। ਫਿਰ ਸਾਫ ਜ਼ਾਹਿਰ ਸ਼ਾਦੀ ਤੁਹਾਡੀ ਇੱਥੇ ਹੋ ਕੇ ਹੋਈ ਪਾਕਿਸਤਾਨ 'ਚ? ਸ਼ਾਦੀ ਇੱਧਰ ਆ ਕੇ ਹੋਈ ਹੈ। ਅੱਛਾ, ਸ਼ਾਦੀ ਮੇਰੀ ਹੋਈ ਆ ਕਮ ਸੇ ਕਮ 13-14 ਸਾਲ ਹੋ ਗਏ ਸੀ ਇੱਧਰ ਆਇਆ ਨੂੰ, ਫਿਰ ਸ਼ਾਦੀ ਹੋਈ ਹੈ ਮੇਰੀ। ਅੱਛਾ, ਜਦੋਂ ਉੱਥੇ ਉਜਾੜੇ ਪਏ ਨੇ, ਹਾਂ। ਕਿੰਨੀ ਕੁ ਫਸਲਾਂ ਸੀ ਉਸ ਵਕਤ? ਕਿਹੜੀ ਫਸਲ ਸੀ? ਉਦੋਂ ਕਪਾਹਾਂ ਸੀਗੀਆਂ, ਕਣਕਾਂ ਦੀ ਸੀ, ਕਪਾਹਾਂ ਸੀਗੀਆਂ, ਬਾਜਰੇ ਸੀਗੇ। ਬਾਜਰੇ ਬਹੁਤ ਅਕਸਰ ਹੁੰਦੇ। ਬਜ਼ੁਰਗ ਸਾਨੂੰ ਦੱਸਦੇ ਨੇ ਬਈ ਉਸ ਵਕਤ ਨਾ ਮਕਈਆਂ ਬਹੁਤ ਸੀਗੀਆਂ। ਮੱਕੀਆਂ ਵੀ ਹੁੰਦੀਆਂ ਸੀਗੀਆਂ, ਬਾਜਰੇ ਵੀ ਹੁੰਦੇ ਸੀ, ਕਪਾਹਾਂ ਵੀ ਹੁੰਦੀਆਂ ਸੀ, ਤੇ ਕਣਕਾਂ ਵੀ ਸੀ ਹੁੰਦੀਆਂ। ਉਹ ਕਣਕਾਂ ਮਗਰੋਂ ਬੀਜੀਆਂ ਨੇ। ਅੱਛਾ, ਉਸ ਵਕਤ ਜਿਹੜੀ ਕਤਲੇਆਮ ਹੋਈ ਆ, ਹਾਂ। ਤੁਸੀਂ ਆਪਣੀ ਅੱਖਾਂ ਨਾਲ ਦੇਖੀ? ਦੁਨੀਆ ਨਹੀਂ, ਮੈਂ ਨਹੀਂ ਅੱਖਾਂ ਨਾਲ ਦੇਖੇ ਬਈ ਝੂਠ ਬੋਲ। ਉਹ ਦੱਸਦੇ ਨੇ ਬੰਦੇ, ਕਹਿੰਦੇ ਲਾਸ਼ਾਂ ਦੇ ਉੱਤੋਂ ਦੀ ਲੰਘਣਾ ਕਿ ਆਏਗੇ। ਇੰਨਾ ਮੁਲਕ ਮਾਰਿਆ ਹੈਗਾ। ਤੁਸੀਂ ਇੰਟਰਵਿਊ ਤੋਂ ਪਹਿਲੇ ਸਾਨੂੰ ਦੱਸ ਰਹੇ ਸੀ ਕਿ ਅਸੀਂ ਨਹਿਰਾਂ ਦੇਖੀਆਂ ਨੇ ਜਿਨ੍ਹਾਂ ਦੇ ਵਿੱਚ ਪਾਣੀ ਦੀ ਬਜਾਏ ਖੂਨ ਆ ਰਿਹਾ ਸੀ। ਹਾਂ ਖੂਨ ਆਉਂਦਾ ਸੀਗਾ ਪਾਣੀ। ਉਹ ਕਿਹੜੀਆਂ ਨਹਿਰਾਂ ਸੀਗੀ? ਕਿਹੜਾ ਦਰਿਆ ਸੀ? ਕੋਈ ਯਾਦ ਹੈ? ਕੋਈ ਨਹਿਰ, ਕਿਹੜੀ ਨਹਿਰ ਸੀ? ਉਹ ਨਹਿਰ ਕੱਸੀ ਕਹਿੰਦੇ ਹੁੰਦੇ ਸੀ ਸਾਡੇ ਉਸ ਨੂੰ। ਅੱਛਾ, ਕੱਸੀ ਕਹਿੰਦੇ ਹੁੰਦੇ ਸੀਗੇ। ਤੇ ਨਹਿਰ ਦਾ ਜੋਧਪੁਰ ਕੋਲ ਦੀ ਹੁੰਦੀ ਸੀ, ਉਸ ਨਹਿਰ ਦਾ ਪਾਣੀ ਲੱਗਦਾ ਸੀ ਸਾਨੂੰ। ਤੇ ਹੋਰ ਦਰਿਆ ਜ਼ਰੂਰ ਕੋਈ ਨਹੀਂ ਸੀ ਨੇੜੇ ਲੱਗਦਾ, ਦਰਿਆ ਦੂਰ ਸੀ ਉੱਥੋਂ। ਦਰਿਆ ਦਾ ਨਹੀਂ ਮੈਨੂੰ ਪਤਾ ਵੀ ਕਿਹੜਾ ਸੀਗਾ। ਅੱਛਾ, ਹੁਣ ਕੋਈ ਐਸੀ ਗੱਲ ਦੱਸ ਦਿਓ ਜਿਹੜੀ ਤੁਹਾਨੂੰ ਇੱਥੇ ਹੁਣ ਵੀ ਅੱਜ ਤੱਕ ਯਾਦ ਹੋਵੇ ਤੇ ਅਕਸਰ ਤੁਸੀਂ ਯਾਦ ਕਰਕੇ ਜਾਂ ਰੋ ਪੈਂਦੇ ਹੋ ਜਾਂ ਹੱਸ ਪੈਂਦੇ ਹੋ? ਬੜੇ ਰੋਣੇ ਬੜੇ, ਜਦੋਂ ਮੇਰੇ ਭਾਈ ਮਾਰੇ ਸੀਗੇ ਨਾ, ਜਦੋਂ ਮੈਂ ਯਾਦ ਆ ਜਾਂਦੇ ਨੇ ਮੈਨੂੰ ਬੜਾ ਰੋਣ ਆਉਂਦਾ। ਕਸ ਪਹਿਲਾਂ ਦੀ ਮੇਰੇ ਭਤੀਜੇ, ਮੇਰੇ ਪੋਤੇ, ਮੇਰੇ ਸਾਰੀਆਂ ਨੂੰਹਾਂ ਸਾਰੀਆਂ ਜਦੋਂ ਮਾਰਿਆ ਕਸਮਾਂ ਖਾਂਦਾ ਸੀ, ਬੜਾ ਰੋਣ ਆਉਂਦਾ ਮੈਨੂੰ। ਮੈਂ ਤਾਂ ਚੱਲਿਆ ਨਹੀਂ ਜਾਂਦਾ ਉਹਨੂੰ। ਅੱਲਾਹ ਤਾਲਾ ਉਹਨਾਂ ਨੂੰ ਜੰਨਤ ਬਹੁਤ ਨਸੀਬ। ਦੁਖੀ ਹੋਇਆ ਮੈਂ। ਅੱਛਾ, ਕੋਈ ਹੋਰ ਗੱਲ ਆਪਣੇ ਦੋਸਤਾਂ ਨੂੰ ਉੱਥੇ, ਕੋਈ ਅਗਰ ਹਿੰਦੁਸਤਾਨ 'ਚ ਤੁਹਾਨੂੰ ਪਛਾਣ ਲਵੇ, ਸ਼ਨਾਖਤ ਕਰ ਲਵੇ, ਕੋਈ ਪੈਗਾਮ ਦੇਣਾ ਚਾਹੋ? ਜਦੋਂ ਮੈਂ ਉੱਧਰ ਸੀਗਾ ਕਿ ਨਹੀਂ, ਉਦੋਂ ਫਿਰ ਬੜਾ ਪਿਆਰ ਕਰਦੇ ਸੀ। ਮੇਰੇ ਹਾਣੀ ਮੁੰਡੇ ਸੀ ਜਿਹੜੇ ਮੈਨੂੰ ਕਹਿੰਦੇ ਭਰਾਵਾ ਸਾਡਾ ਬਾਲ ਜਾਇਆ ਕਰ, ਰੋਟੀ ਅਸੀਂ ਤੈਨੂੰ ਚੰਗੀ ਦਿਆ ਕਰਾਂਗੇ, ਲੀੜਾ ਲੱਤਾ ਦਿਆ ਕਰਾਂਗੇ, ਸਭ ਕੁਝ ਦੇਵਾਂਗੇ, ਤੂੰ ਸਾਡੀਆਂ ਮੱਝਾਂ ਚਾਰ ਲਿਆ ਕਰ। ਮੇਰੀ ਮਾਂ ਕਹਿਣ ਲੱਗੀ ਭਾਈ ਮੈਂ ਨਹੀਂ ਜਾਣ ਦਿੰਦੀ ਹਾਂ, ਮੈਂ ਤਾਂ ਆਪਦੇ ਕੋਲ ਰੱਖੋ। ਮੈਂ ਇਕੱਲਾ ਸੀਗਾ, ਇੱਕ ਮੇਰਾ ਭਰਾ ਸੀਗਾ, ਉਹ ਲੁਕਿਆ ਹੋਇਆ ਸਿੱਖਾਂ ਦੇ। ਉਹ ਮਗਰੋਂ ਪਤਾ ਲੱਗਿਆ ਸਾਨੂੰ, ਉਹ ਕਹਿਣ ਲੱਗੀ ਮੈਂ ਨਹੀਂ ਬੱਚੇ ਨੂੰ ਕਿਸੇ ਪਾਸੇ ਜਾਣ ਦੀ। ਜਦੋਂ ਮੈਂ ਮਾਰਿਆ, ਮੈਨੂੰ 1 ਮਹੀਨੇ ਤੋਂ ਮਗਰੋਂ ਬਹੁਤ ਸੁਰਤ ਆਈ ਸੀ। 1 ਮਹੀਨੇ ਤੋਂ ਮਗਰੋਂ ਮੈਂ ਬੋਲਿਆ ਮੇਰੀ ਮਾਂ ਨੂੰ, ਮੈਂ ਕਿਹਾ ਮੈਂ ਮੇਰਾ ਪਿਓ ਬਾਪੂ ਕਹਿੰਦੇ ਸੀਗੇ, ਉਹਦਾ ਅੱਬਾ ਨਹੀਂ ਸੀ ਕਹਿੰਦੇ ਸਿੱਖਾਂ ਦੇ ਪਿੰਡ। ਤੇ ਮੇਰਾ ਬਾਪੂ ਕਿੱਥੇ? ਮੈਂ ਕਿਹਾ, ਮੈਨੂੰ ਕਹਿਣ ਲੱਗੀ ਤੂੰ ਨਾਲ ਗਿਆ ਸੀ, ਕਿੱਥੇ ਛੱਡ ਗਿਆ ਦੱਸ। ਫਿਰ ਮੈਂ ਆਖਿਆ ਮੈਂ ਮੈਨੂੰ ਨਾਲ ਗਿਆ ਸੀਗਾ, ਸੋ ਮਾਰਤਾ ਸਿੱਖਾਂ ਨੇ ਕਿਸੇ ਉਸੇ। ਮੈਂ ਬਚ ਗਿਆ। ਮੈਂ 1 ਮਹੀਨੇ ਤੋਂ ਸੁਰਤ ਆਈ ਸੀ ਮੈਨੂੰ, 1 ਮਹੀਨੇ ਤੋਂ ਬਚਿਆ ਮੈਂ। ਅੱਲਾਹ ਤਾਲਾ ਉਹਨੂੰ ਵੀ ਜੰਨਤ ਨਸੀਬ ਕਰੇ। ਹਾਂ ਅੱਲਾਹ ਤਾਲਾ ਸ਼ੁਕਰ ਹੈ ਮੌਲਾ ਦੀ ਘੜੀ ਨੂੰ। ਮੇਰੀ ਜਾਨ ਮੇਰੇ ਵਿੱਚੋਂ ਇੱਥੇ ਜੀ ਹੋਣੇ ਸੀਗੇ, ਮੇਰਾ ਸ਼ਾਦੀ ਹੋਣੀ ਸੀ। ਆ ਝਾੜ ਦੇਖ ਰਹੇ ਸੀ ਮੈਂ, ਜੇ ਮੈਂ ਆ ਗਿਆ। ਮੇਰੀ ਬਾਲਦਾ ਸੀ ਜਿਹੜੀ, ਉਹ ਆ ਗਈ। ਉਹਦੀ ਇੱਥੇ ਠਾਠ ਦੇ ਵਿੱਚ ਕਬਰ ਹੋਈ ਆ। ਮੈਂ ਕਬਰ 'ਤੇ ਜਾਂਦਾ ਹੁੰਦਾ। ਮੈਂ ਜਦੋਂ ਮੇਰੇ ਘਰੋਂ ਵੀ ਫੌਤ ਹੋ ਗਈ, ਉਹਦੀ ਵੀ ਕਬਰ ਉੱਥੇ ਠਾਠ 'ਚ। ਮੈਂ ਗਿਆ ਸੀ, ਸਾਰੇ ਮੈਂ ਭਾਲ ਕੇ ਸਾਰਿਆਂ ਨੂੰ ਮਿਲ ਕੇ। ਸਿੱਖਾਂ ਦਾ ਪਿੰਡ ਸੀ। ਮੈਂ ਕਿਸੇ ਨੂੰ ਗਾਲ ਬੰਦਾ ਕੱਢਦੀ ਜਾਂ ਮੈਂ ਲੜ ਪੈਂਦੇ ਸੀਗੇ ਅਤੇ ਕੁੱਟਦੇ ਸੀ। ਅਸੀਂ ਜਾਂਦੇ ਨਹੀਂ ਸੀ ਨਾ। ਸਾਡੇ ਪਿੰਡ 'ਚ ਮਸੀਤ ਸੀ, ਮਸੀਤ ਬਣਨੀ ਨਹੀਂ ਸੀ। ਕਹਿਣ ਲੱਗੇ ਸੀ ਮਸੀਤ ਬਣਨ ਦੀ। ਇੱਕ ਨਾਲੀ ਬਣੀ ਸੀ, ਮੁਸਲਮਾਨ ਆਏ ਸਾਡੇ, ਉਹਨਾਂ ਨੇ ਆ ਕੇ ਉੱਥੇ ਬਣ ਲਈ ਸੀ। ਸਾਰਾ ਪਿੰਡ ਇਕੱਠਾ ਹੋ ਕੇ ਚਲਿਆ ਗਿਆ। ਕਹਿਣ ਲੱਗੇ ਹਾਂ ਤੁਸੀਂ ਬਣ ਕੇ ਦਿੱਤੀ ਹੈ। ਮਸੀਤ ਸਾਨੂੰ ਬਣਾਉਣੀ ਸੀ ਜਿੰਦਰ। ਅਤੇ ਨਾ ਸਕੂਲ ਸੀ ਸਾਡੇ ਪਿੰਡ ਦੇ ਵਿੱਚ। ਇੱਕ ਬੰਦਾ ਸਾਡੇ ਭਾਣ ਸੀ, ਉਹਦਾ ਨਾਂ, ਉਹ ਪੜ੍ਹਿਆ ਹੋਇਆ ਸੀਗਾ। ਚਿੱਠੀਆਂ ਆਉਂਦੀਆਂ ਸੀ ਐਡੀਆਂ ਸਾਰੀਆਂ, ਅਤੇ ਉਹ ਉਹਨਾਂ ਦੇ ਉੱਤੇ ਲਿਖ ਕੇ ਨਾ, ਜੇ ਕਿਸੇ ਫੌਜ ਹੁੰਦੀ ਸੀ, ਉਹ ਲਿਖ ਕੇ ਚਿੱਠੀ ਪਾ ਦਿੰਦੇ ਸੀ। ਉਹਦੀ ਨੌਕਰ ਇੱਕ ਪਾਸੋਂ ਪਾੜ ਦਿੰਦੇ ਸੀ, ਥੋੜ੍ਹੀ ਜਿਹੀ ਨੌਕਰ ਪਾੜ ਦਿੰਦੇ ਸੀ। ਉਹ ਕਹਿੰਦੇ ਵੀ ਇਹ ਜਿਹੜੀ ਨੌਕਰ ਪਾਰਟੀ ਆ ਨਾ, ਇਹ ਕਿਸੇ ਨਾ ਕਿਸੇ ਫੌਜ ਹੋਈ ਹੈ।
ਉਹ ਇਹ ਭਾਣ- ਨਿਸ਼ਾਨੀ ਹੁੰਦੀ ਸੀ ਚਿੱਠੀ ਦੀ, ਹਾਂ ਵੀ- ਨੁੱਕਰ ਪਾਟੀ ਦੀ। ਹਾਂ ਨੁੱਕਰ ਪਾਟੀ ਆ। ਉਹ ਭਾਣ ਨੂੰ ਭਾਲੋ ਵੀ ਉਹ ਪੜ੍ਹਿਆ ਹੋਇਆ ਤੇ ਉਹਨੂੰ ਉਹਦਾ ਪੜ੍ਹਾਉਂਦੇ ਆ, ਉਹਨੂੰ ਭਾਲਦੇ ਪਾਈ ਭਾਲ ਕੇ ਫਿਰ ਉਹਦਾ ਪੜ੍ਹਾਉਂਦੇ, ਉਹ ਪੜ੍ਹਦਾ। ਉਹ ਦੱਸਦਾ ਵੀ ਫਲਾਣੇ ਪਿੰਡ ਭਾਈ ਤੁਹਾਡੇ ਫੌਜ ਕੀ ਹੋ ਗਈ ਹੈ, ਫਲਾਣਾ ਬੰਦਾ ਫੌਜ ਹੋ ਗਿਆ ਤੇ ਉਸ 'ਤੇ ਭਾਈ ਤੁਸੀਂ ਵਗ ਜਾਓ। ਉਹਦੇ ਕੋਲ ਕਾਲ ਵੀ ਹੋ ਜਾਣੇ, ਨੌਮਾ ਵੀ ਹੋ ਜਾਣਾ, ਫਿਰ ਜਾ ਕੇ ਕਹਿਣਾ ਜਾਣਾ। ਉਦੋਂ ਸਵਾਰੀਆਂ ਇੰਨੀਆਂ ਹੈ ਨਹੀਂ ਸੀਗੀਆਂ, ਤੁਰ ਕੇ 40 ਕੋਸ 25 ਕੋਸ 20 ਕੋਸ 30 ਕੋਸ ਇੰਨੀ ਦੂਰ ਜਾਣਾ ਪੈਂਦਾ ਸੀ ਤੇ ਤੁਰ ਕੇ ਜਾਣਾ, ਤੁਰ ਕੇ ਆਉਣਾ ਤੇ ਨੌਮਾ ਵੀ ਹੋ ਜਾਣਾ, ਕੋਲ ਕਾਲ ਵੀ ਹੋ ਜਾਣਾ, ਫਿਰ ਜਾ ਕੇ ਫੈਸਲਾ ਕਰਕੇ ਤੇ ਫਿਰ ਆਉਣਾ ਮੁੜ ਕੇ। ਅੱਛਾ, ਸਾਫ਼ ਜ਼ਾਹਿਰ ਹੈ ਤੁਹਾਡੀ 15 ਸਾਲ ਉਮਰ ਸੀ, ਉੱਥੇ ਸ਼ਾਦੀਆਂ ਕਿਸ ਤਰ੍ਹਾਂ ਹੁੰਦੀਆਂ ਸੀ? ਰਿਸ਼ਤੇਦਾਰ ਘੇਰ ਲੈਂਦੇ ਸੀਗੇ, ਮੇਰੇ ਇੰਡੀਆਂ ਵੀ ਰੋਟੀਆਂ ਮੈਂ ਨਹੀਂ ਜਾਣ ਦੇਣਾ, ਮੈਂ ਨਹੀਂ ਜਾਣ ਦੇਣਾ। ਉਹ ਫਿਰ ਹੱਥ ਬੰਨ੍ਹਣ ਲੱਗ ਜਾਂਦੇ। 8-8 7-7 ਦਿਨ ਜਿਲੇ ਤਾਂ ਬੈਠੀਆਂ ਰਹਿੰਦੀਆਂ ਸੀਗੀਆਂ, ਮਸਾਂ ਹੱਥ ਬੰਨ੍ਹ ਕੇ ਜਾਨ ਛੁਡਾਉਂਦੇ, ਮਸਾਂ ਜਾਂਦੇ ਸੀ। ਬਹੁਤ ਸਿੱਖ ਵੀ ਜਿਹੜੇ ਮਾਪੇ ਹੁੰਦੇ ਸੀ ਉਹ ਕਹਿੰਦੇ ਸੀ ਭਾਈ ਜਿੱਦਾਂ ਦੀ ਰੋਟੀ ਅੱਜ ਅਸੀਂ ਦੇਵਾਂਗੇ, ਅਸੀਂ ਨਹੀਂ ਜਾਣਦੇ। ਗੋਸ਼ਤ ਦੇ ਸ਼ੋਧਰ ਹੋ ਲੈਂਦੇ, ਆਲੂਆਂ ਦੀ ਦਾਲ ਪਕਾ ਲੈਂਦੇ, ਹਲਵਾ ਪਕਾਉਂਦੇ ਸੀਗੇ, ਹਲਵਾ ਖਾਂਦੇ ਸੀਗੇ, ਚੌਲ ਘੱਟ ਪਕਾਉਂਦੇ ਸੀਗੇ ਅਤੇ ਗੋਸ਼ਤ ਦਾ ਰਸਤੇ ਵਿੱਚ ਕਰ ਨਹੀਂ ਸੀ ਦਿੰਦੇ, ਬੱਕਰਾ ਕਰ ਦਿੰਦੇ, ਕੁੱਕੜ ਖਾਣਾ ਜਿੰਨਾ ਮਰਜ਼ੀ, ਵੱਡਾ ਗੋਸ਼ਤ ਨਹੀਂ ਕਰ ਦਿੰਦੇ। ਜੀ ਤਾਂ ਦੋਸਤੋ, ਇਹ ਸੀ ਬਾਬਾ ਜੀ ਦੀ ਬੜੀ ਦੁਖੀ ਸਟੋਰੀ। ਸਾਨੂੰ ਵੀ ਬੜੀ ਹੈਰਾਨਗੀ ਹੋਈ ਹੈ ਕਿ ਕਿਤਨੀਆਂ ਕੁਰਬਾਨੀਆਂ ਤੋਂ ਬਾਅਦ ਸਾਨੂੰ ਇਹ ਮੁਲਕ ਹਾਸਲ ਹੋਇਆ। ਅਤੇ ਜਿਹੜੇ ਸਾਡੇ ਅੱਜ ਦੇ ਨਵੇਂ ਬੱਚੇ, ਨਵੀਂ ਪੌਦ ਹੈ, ਉਹ ਇਸ ਕਹਾਣੀ ਨੂੰ ਸੁਣ ਕੇ ਮੇਰਾ ਖਿਆਲ ਹੈ ਕਿ ਕਾਫੀ ਹੱਦ ਤੱਕ ਸਬਕ ਸਿੱਖਣਗੇ। ਅਤੇ ਇਸੇ ਦੇ ਨਾਲ ਆਪਣੇ ਹੋਸਟ ਗੁਲਾਮ ਮੁਸਤਫਾ ਸਿੰਧੂ ਨੂੰ ਦੀ ਇਜਾਜ਼ਤ। ਮਿਲਦੇ ਹਾਂ ਨੈਕਸਟ ਵੀਡੀਓ 'ਚ। ਅੱਲਾ ਹਾਫਿਜ਼।